ਮਾਇਆ ਮੋਹ ਭਰਮ ਪੈ ਭੂਲੇ, ਸੁਤ ਦਾਰਾ ਸਿਉ ਪ੍ਰੀਤ ਲਗਾਏ। ਇਕ ਉਤਮ ਪੰਥ ਸੁਣਿਓ ਗੁਰ ਸੰਗਤ, ਇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਹਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਨਾਈ। ਤੁਧ ਆਗੇ ਅਰਦਾਸ ਹਮਾਰੀ, ਜੀਉ ਪਿੰਡ ਸਭ ਤੇਰਾ। ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨਾ ਜਾਣੈ ਮੇਰਾ। ਸੋ ਕਹੋ ਟਲ ਗੁਰ ਸੇਵੀਐ, ਅਹਨਿਸ ਸਹਿਜ ਸੁਭਾਏ। ਦਰਸ਼ਨ ਪਰਸਿਐ ਗੁਰੂ ਕੈ, ਜਨਮ ਮਰਨ ਦੁਖ ਜਾਏ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਪਾਤਸ਼ਾਹੋ ਪਾਤਸ਼ਾਹੋ ਸਤ ਸੁਹਾਣੀਐ, ਵੱਡਾ ਬੇਪਰਵਾਹੋ ਅੰਤ ਨਾ ਜਾਣੀਐ। ਪਾਤਸ਼ਾਹੋ ਪਾਤਸ਼ਾਹ ਸਤ ਸੁਹਾਣੀਐ, ਵੱਡਾ ਬੇਪਰਵਾਹ ਅੰਤ ਨਾ ਜਾਣੀਐ। ਲੋ ਬਾਲੀ ਦਰਗਾਹ ਆਖ ਵਖਾਣੀਐ, ਕੁਦਰਤ ਅਗੰਮ ਅਥਾਹੋ ਚੋਜ ਵਿਡਾਣੀਐ। ਸੱਚੀ ਸਿਫਤ ਸਲਾਹ ਅਕਥ ਕਹਾਣੀਐ, ਸਤਿਗੁਰ ਸੱਚੇ ਵਾਹ ਸਦ ਕੁਰਬਾਣੀਐ। ਸੱਚੀ ਸਿਫਤ ਸਲਾਹ ਅਕਥ ਕਹਾਣੀਐ, ਸਤਿਗੁਰ ਸੱਚੇ ਵਾਹੋ ਸਦ ਕੁਰਬਾਣੀਐ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ, ਲੋਕ ਪਰਲੋਕ ਦੇ ਸਹਾਇਕ, ਪਤਿਤ ਪਾਵਨ, ਅੰਤਰਜਾਮੀ, ਸਰਬ ਕਲਾ ਸਮਰੱਥ ਸਤਿਗੁਰੂ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸਭਾਏਮਾਨ ਸਤਿਕਾਰਯੋਗ ਸਾਧ ਸੰਗਤ ਜੀ, ਸਾਰਿਆਂ ਤੇ ਸਤਿਗੁਰਾਂ ਨੇ ਤਰਸ ਕੀਤਾ, ਰਹਿਮਤ ਕੀਤੀ ਹੈ।
ਆਪਣੇ ਚਰਨਾਂ ਵਿੱਚ ਬੁਲਾਇਆ ਹੈ, ਬੈਠਣ ਦਾ ਸਮਾਂ ਬਖਸ਼ਿਸ਼ ਕੀਤਾ ਹੈ। ਅੱਜ ਦੇ ਵਿਚਾਰ ਵਿੱਚ ਭਾਈ ਗੁਰਦਾਸ ਜੀ ਨੇ ਅਕਾਲ ਪੁਰਖ ਦੀ ਉਸਤਤ ਕੀਤੀ ਹੈ। ਉਸ ਨੂੰ ਬਾਦਸ਼ਾਹ ਕਿਹਾ ਹੈ ਤੇ ਬੇਪਰਵਾਹ, ਬਹੁਤ ਹੀ ਬੇਪਰਵਾਹ ਹੈ ਔਰ ਉਹਦਾ ਕਿਸੇ ਨੇ ਅੱਜ ਤੱਕ ਅੰਤ ਨਹੀਂ ਜਾਣਿਆ। ਉਹਦੀ ਬੇਪਰਵਾਹੀ ਦੀ ਸੂਚਨਾ ਕਿੱਥੋਂ ਮਿਲੀ ਕਿ ਉਹ ਬੇਪਰਵਾਹ ਬਹੁਤ ਹੈ? ਉਹਦਾ ਪਤਾ ਕਿਵੇਂ ਲੱਗਾ? ਜਿਹੜੇ ਲੋਕ ਉਹਦੇ ਨਾਲ ਜੁੜਦਿਆਂ ਸਾਰ, ਨਹੀਂ ਤੇ ਆਮ ਤੌਰ ਤੇ ਸੰਸਾਰ ਚਿੰਤਾ ਵਿੱਚ ਹੈ, ਡਰ ਵਿੱਚ, ਭੈ ਵਿੱਚ, ਪ੍ਰੈਸ਼ਰ ਵਿੱਚ ਜੀ ਰਿਹਾ, ਕਿਸੇ ਨਾ ਕਿਸੇ ਪ੍ਰਕਾਰ ਦੇ ਚਿੰਤਾ ਵਿੱਚ ਰਹਿੰਦਾ, ਸੋਚਾਂ ਵਿੱਚ ਡੁੱਬਿਆ ਰਹਿੰਦਾ ਹੈ। ਕਿਵੇਂ ਪਤਾ ਲੱਗਾ? ਉਹ ਬੜਾ ਬੇਪਰਵਾਹ ਹੈ, ਬਹੁਤ ਵੱਡਾ ਹੈ। ਜਿਹੜੇ ਲੋਕ ਚਿੰਤਾ ਵਿੱਚ ਘਿਰੇ ਹੋਏ ਸਨ, ਜਦੋਂ ਉਹਦੇ ਨਾਲ ਜੁੜ ਗਏ, ਉਹਨਾਂ ਦੇ ਜੀਵਨ ਵੱਲੋਂ ਵੇਖਿਆ ਵੀ ਇਹਨਾਂ ਨੂੰ ਕਦੀ ਪਰਵਾਹ ਹੀ ਨਹੀਂ ਹੋਈ ਕਿਸੇ ਗੱਲ ਦੀ, ਬੇਪਰਵਾਹ, ਕੋਈ ਚਿੰਤਾ ਨਹੀਂ। ਜਿਵੇਂ ਕੋਈ ਨਸ਼ਈ ਆਦਮੀ ਕਿਸੇ ਨਸ਼ੇ ਵਿੱਚ ਧੁੱਤ ਹੋ ਕੇ ਪਿੰਡ ਦੀਆਂ ਗਲੀਆਂ ਵਿੱਚ ਵਿਚਰਦਾ ਹੈ, ਉਹਦੇ ਘਰ ਵਿੱਚ ਭਾਵੇਂ ਖਾਣ ਜੋਗੇ ਦਾਣੇ ਵੀ ਨਹੀਂ, ਪਰ ਉਸ ਨਸ਼ੇ ਦੀ ਖੁਮਾਰੀ ਵਿੱਚ ਉਹ ਵੱਡੇ ਵੱਡੇ ਲੋਕਾਂ ਨੂੰ ਚੈਲੰਜ ਕਰ ਦਿੰਦਾ ਹੈ, ਪਰਵਾਹ ਨਹੀਂ ਕਰਦਾ। ਹਾਂ, ਇਹਦੇ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਫਰਕ ਇੱਕ ਪੈ ਗਿਆ। ਇਹ ਖੁਮਾਰੀ ਤੇ ਨਸ਼ਾ ਬੰਦੇ ਨੂੰ ਬੇਹੋਸ਼ ਕਰਦਾ ਤੇ ਹੰਕਾਰ ਵਾਲੀ ਬੇਪਰਵਾਹੀ ਦਿੰਦਾ ਹੈ। ਉਹਨਾਂ ਕੋਲ ਵੀ ਬੇਪਰਵਾਹੀ, ਪਰ ਉਹਨਾਂ ਦੇ ਵਿੱਚ ਇਹ ਫਰਕ ਹੈ ਕਿ ਉਹ ਹੰਕਾਰ ਨਾਲ ਸੰਬੰਧਿਤ ਹੈ। ਉਹਨਾਂ ਦਾ ਮਾਣ, ਉਹਨਾਂ ਦਾ ਜਿਹੜਾ ਹੰਕਾਰ ਜਿਹੜਾ ਹੈ, ਹੰਕਾਰ ਨਾਲ ਸੰਬੰਧ ਰੱਖਦੀ ਬੇਪਰਵਾਹੀ। ਪਰ ਦੂਜੇ ਪਾਸੇ ਜਿਹੜੇ ਰੱਬ ਦੇ ਪਿਆਰ ਵਿੱਚ ਬੇਪਰਵਾਹ ਹੋਏ ਨੇ, ਉਹਨਾਂ ਦੇ ਵਿੱਚ ਇੱਕ ਪਾਸੇ ਨਿਮਰਤਾ ਵੀ ਨਾਲ ਹੈ, ਜੜ ਵਿੱਚ ਨਿਮਰਤਾ ਹੈ ਤੇ ਨਾਲ ਉਹਨਾਂ ਦੇ ਬੇਪਰਵਾਹੀ, ਸੁਤੰਤਰਤਾ, ਆਜ਼ਾਦੀ। ਖੁੱਲ ਗਏ ਉਹਨਾਂ ਦੇ ਬੰਧਨ, ਸਾਰੇ ਦੁੱਖ ਟੁੱਟ ਗਏ, ਖਤਮ ਹੋ ਗਏ, ਜਿਉਣ ਦੀ ਜਾਚ ਹੀ ਉਹਨਾਂ ਨੂੰ ਆਈ। ਇਹ ਬੜਾ ਫਰਕ ਹੈ। ਜਿਹਨੇ ਇਸ ਦਾਤ ਨੂੰ ਨਹੀਂ ਬਾਣਿਆ, ਧਰਮ ਜਿਹਨੂੰ ਕਹਿੰਦੇ ਨੇ, ਜਿਵੇਂ ਅਸੀਂ ਬਾਹਰੋਂ ਵੇਖਦੇ ਹਾਂ ਸੰਸਾਰ ਵਿੱਚੋਂ, ਉਹ ਇਹਨਾਂ ਲੋਕਾਂ ਵੱਲ ਵੇਖਦਾ ਵੀ ਇਹ ਵਿਚਾਰੇ, ਇਹਨਾਂ ਨੇ ਕੀਤਾ ਕੀ ਦੁਨੀਆ ਵਿੱਚ? ਇਹ ਦੁਨੀਆ ਛੱਡ ਕੇ ਬਹਿ ਗਏ, ਇਹਨਾਂ ਨੂੰ ਮਿਲਿਆ ਕੀ ਆ ਕੇ ਜਨਮ ਲਿਆ? ਉਹ ਇਹ ਸੋਚਦੇ ਰਹਿੰਦੇ ਸਾਰੀ ਉਮਰ। ਪਰ ਸਿੰਘਾਸਨ ਦੋ ਤਰ੍ਹਾਂ ਦੇ ਨੇ, ਇੱਕ ਬਾਹਰ ਸਿੰਘਾਸਨ ਲੱਗਾ, ਇੱਕ ਅੰਦਰ ਹੈ ਸਾਡੇ। ਜ਼ਰੂਰੀ ਨਹੀਂ ਬਾਹਰਲਾ ਸਿੰਘਾਸਨ, ਦੋ ਚੀਜ਼ਾਂ ਨੇ ਇੱਥੇ। ਜੇ ਸਤਿਗੁਰਾਂ ਦੀ ਬਾਣੀ ਨੂੰ ਕੁਝ ਨਾ ਕੁਝ ਅੰਦਰ ਧਾਰਨ ਕਰਨਾ ਹੈ ਤੇ ਇਸ ਫਾਰਮੂਲੇ ਨੂੰ ਸਮਝ ਨਾਲ ਤਕਰੀਬਨ 50% ਗੁਰਬਾਣੀ ਸਮਝ ਵਿੱਚ ਆ ਜਾਂਦੀ ਹੈ ਕਿ ਦੋ ਪ੍ਰਕਾਰ ਦੀ ਜ਼ਿੰਦਗੀ ਸਾਡੀ। ਜੇ ਅਸੀਂ ਇੱਕ ਪ੍ਰਕਾਰ ਦੀ ਸਮਝੀ ਜਾਵਾਂਗੇ, ਅਰਥ ਪੜ੍ਹ ਕੇ ਵੀ ਸਾਨੂੰ ਸਮਝ ਨਹੀਂ ਆਉਣੀ। ਬਹੁਤ ਸਾਰੇ ਸ਼ਬਦ ਐਸੇ, ਇੱਕ ਬਾਹਰ ਸੁੱਖ, ਇੱਕ ਅੰਦਰ ਸੁੱਖ। ਸੁੱਖ ਇੱਕ ਨਹੀਂ। ਬਾਹਰਲੇ ਤੇ ਅੰਦਰਲੇ ਸੁੱਖ ਵਿੱਚ ਗੁਰੂ ਸਾਹਿਬ ਨੇ ਫਰਕ ਹੀ ਦੱਸਿਆ। ਉਹ ਕਹਿੰਦੇ ਅੰਦਰਲਾ ਸੁੱਖ ਸਦਾ ਹੈ ਤੇ ਬਾਹਰਲਾ ਸੁੱਖ ਵਕਤੀ ਹੈ। ਦੋਵੇਂ ਸੁੱਖ ਨੇ, ਇੱਕ ਸਰੀਰ ਦਾ ਮਹਾਰਾਜ ਉਹਦੇ ਵਿੱਚ ਤੇ ਇਹਦੇ ਵਿੱਚ ਫਰਕ ਕੀ? ਕਹਿੰਦੇ ਬਾਹਰਲੇ ਸੁੱਖ ਵਿੱਚ ਨੁਕਸ ਇੱਕ, ਸੁੱਖ ਤਾਂ ਹੈ ਰੁੱਖ ਦੀ ਛਾਂ ਵਰਗਾ। ਰੁੱਖ ਦੀ ਛਾਂ ਬੜੀ ਸੋਹਣੀ ਲੱਗਦੀ, ਰੁੱਖ ਦੀ ਛਾਂ ਥੱਲੇ ਆਦਮੀ ਬੈਠਾ, ਬੜਾ ਸਵਾਦ ਆਇਆ, ਬੜਾ ਆਨੰਦ। ਉਹਦੇ ਵਿੱਚ ਦੋ ਨੁਕਸ ਨੇ। ਇੱਕ ਤੇ ਥੋੜੇ ਚਿਰ ਬਾਅਦ ਉਹ ਛਾਂ ਜਿਹੜੀ ਹੈ ਥਾਂ ਬਦਲ ਗਈ, ਇੱਕ ਇਹ ਨੁਕਸ ਹੈ ਉਹਦੇ ਵਿੱਚ। ਦੂਜਾ ਇਹ ਵੀ ਜਦੋਂ ਛਾਵੇਂ ਬੈਠੇ ਸੀ ਉਦੋਂ ਗਰਮੀ ਲੱਗੀ ਤੇ ਜਿਉਂ-ਜਿਉਂ ਬਹਿੰਦੇ ਗਏ, ਟਾਈਮ ਲੰਘਦਾ ਗਿਆ ਤੇ ਛਾਂ ਦੇ ਅਰਥ ਗਵਾਚ ਗਏ। ਛਾਂ ਚੰਗੀ ਨਹੀਂ ਲੱਗਦੀ। ਜਿੰਨਾ ਚਿਰ ਛਾਵੇਂ ਨਹੀਂ ਸੀ ਬੈਠੇ ਉਹਨਾਂ ਚਿਰ ਖਿੱਚ ਸੀ ਉਹਦੀ, ਪਰ ਜਦੋਂ ਉਹਨੂੰ ਥੋੜਾ ਜਿਹਾ ਮਾਣ ਲਿਆ,
ਜਿਹਨੂੰ ਜਿਹਨੂੰ ਸਮਾਂ ਨਿਕਲਦਾ ਗਿਆ ਮਾਣਦੇ ਗਏ ਤੇ ਛਾਂ ਦੇ ਅਰਥ ਖਤਮ ਹੋ ਗਏ, ਕੁਝ ਵੀ ਨਹੀਂ ਰਿਹਾ। ਬਸ ਇਹ ਨੁਕਸ ਹੈ ਪਦਾਰਥ ਵਿੱਚ ਤੇ ਪਰਮਾਰਥ ਵਿੱਚ। ਦੋ ਲਫ਼ਜ਼ ਨੇ, ਪਦਾਰਥ ਤੇ ਪਰਮਾਰਥ। ਕਬੀਰ ਜੀ ਨੇ ਇਹਦੀ ਉਦਾਹਰਨ ਦਿੱਤੀ। ਉਹ ਕਹਿੰਦੇ ਬਸ ਇਹੀ ਫਰਕ ਹੈ, ਦੁਨੀਆ ਦਾ ਪਾਣੀ ਪੀਤਾ ਹੈ ਤੇ ਬੜੀ ਪਿਆਸ ਲੱਗੀ ਸੀ, ਗਲਾਸ ਮੂੰਹ ਨੂੰ ਲਾਇਆ ਤੇ ਪਹਿਲਾ ਘੁੱਟ ਬੜਾ ਸਵਾਦ, ਪਿਆਸ ਸੀ। ਜਦੋਂ ਪਹਿਲਾ ਘੁੱਟ ਪੀਤਾ ਤੇ ਪਿਆਸ ਦੀ ਮੌਤ ਹੋ ਗਈ, ਸਵਾਦ ਖਤਮ ਹੋਣਾ ਸ਼ੁਰੂ ਹੋ ਗਿਆ। ਦੂਸਰਾ ਪੀਤਾ ਤੇ ਸਵਾਦ ਹੋਰ ਘਟ ਗਿਆ, ਤੀਜਾ ਚੌਥਾ, ਤੇ ਫਿਰ ਬਾਕੀ ਵਾਲਾ ਅੱਧਾ ਗਲਾਸ ਤੇ ਬੰਦਾ ਐਵੇਂ ਅੰਦਰ ਵਗਾਉਂਦਾ ਵੀ ਹੁਣ ਕਰੀਏ ਕੀ, ਖਾਲੀ ਕੀ ਛੱਡਣਾ, ਪੀ ਲਓ, ਹੈ ਤੇ ਕੁਝ ਵੀ ਨਹੀਂ ਇਹਦੇ ਵਿੱਚ। ਇਹ ਪਦਾਰਥ ਹੈ। ਪਦਾਰਥ ਦਾ ਮਤਲਬ ਜਿੰਨਾ ਚਿਰ ਭੋਗਦੇ ਨਹੀਂ ਉਹਨਾਂ ਚਿਰ ਰੋਮਾਂਟਿਕ ਖਿੱਚਦਾ ਬੰਦੇ ਨੂੰ, ਖਿੱਚ ਪਾਉਂਦਾ। ਪਰ ਜਿਉਂ ਹੀ ਉਹਦੀ ਵਰਤੋਂ ਕੀਤੀ ਨਾਲ ਹੀ ਉਹਦੀ ਮੌਤ ਹੋ ਗਈ। ਭੋਗ ਉਹ ਵੀ ਹੈ, ਪਰ ਇੱਕ ਦੂਜਾ ਭੋਗ ਹੈ ਜਿਹਦੇ ਵਿੱਚ ਕਬੀਰ ਜੀ ਬਹੁਤ ਪਿਆਰੇ ਸ਼ਬਦ ਕਹਿੰਦੇ, ਮਾਧੋ ਜਲ ਕੀ ਪਿਆਸ ਨਾ ਜਾਏ, ਜਲ ਮਹਿ ਅਗਨ ਉੱਠੀ ਅਧਿਕਾਏ। ਕਹਿੰਦੇ ਇੱਕ ਪਾਣੀ ਮੈਨੂੰ ਇਸ ਤਰ੍ਹਾਂ ਦਾ ਮਿਲਿਆ ਰੱਬ ਦੇ ਨਾਮ ਦਾ, ਇਹਨੂੰ ਜਿਉਂ-ਜਿਉਂ ਪੀਣਾ ਤੇ ਇਹਦੀ ਪਿਆਸ ਘਟਦੀ ਨਹੀਂ, ਪਿਆਸ ਹੋਰ ਵੱਧਦੀ ਜਾਂਦੀ। ਬਸ ਇਹ ਤਾਂ ਹੀ ਲਾਭਦਾਇਕ ਹੈ ਵੀ ਇਹਦੀ ਮੌਤ ਨਹੀਂ ਹੁੰਦੀ। ਅਕਾਲੀ ਸੁਖ ਹੈ, ਕਾਲ ਤੋਂ ਪਰੇ ਦਾ, ਇਹਦੀ ਕਦੀ ਮੌਤ ਨਹੀਂ ਹੋਣੀ, ਕਦੀ ਨਾ ਉਹ ਮਰੇ ਨਾ ਹੋਵੇ ਸੋਗ। ਸਰੀਰ ਦੇ ਜਿੰਨੇ ਸਾਡੇ ਐਕਸਪੀਰੀਅੰਸ ਨੇ, ਤਜਰਬੇ ਨੇ, ਇਹ ਸਰੀਰ ਨਾਲ ਸੰਬੰਧ ਰੱਖਦੇ ਨੇ। ਤੁਸੀਂ ਵੇਖੋ ਸਰੀਰ ਦੇ ਕਿੰਨੇ ਰਸ ਨੇ, 9 ਰਸ ਗਿਣੇ। ਰਸ ਹੋਇਨਾ ਰਸ ਰੂਪਾ ਕਾਮਣ, ਰਸ ਪਰਮਲ ਕੀ ਵਾਸ, ਰਸ ਘੋੜੇ ਰਸ ਮੰਦਰ, ਮੀਠਾ ਰਸ ਮਾਸ, ਏਤੇ ਰਸ ਸਰੀਰ ਕੇ ਕਹਿ ਘਟ ਨਾਮ ਨਿਵਾਸ। ਹੈਣ ਤਾਂ ਜ਼ਰੂਰ, ਪਰ ਤੁਸੀਂ ਕਦੀ ਵੇਖਣਾ ਵੀ ਆਹ ਹੀ ਸਰੀਰ ਹੁੰਦਾ ਹੈ। ਥੋੜਾ ਜਿਹਾ ਬੁਖਾਰ ਚੜ ਗਿਆ ਤੇ ਬੁਖਾਰ ਚੜਿਆ, ਪ੍ਰਸ਼ਾਦਾ ਉਹ ਹੀ ਹੈ ਜਿਹੜਾ ਕੱਲ ਬੜਾ ਸਵਾਦ ਲੱਗਦਾ ਸੀ, ਅੱਜ ਮੂੰਹ ਤੇ ਪ੍ਰਸ਼ਾਦਾ ਰੱਖਿਆ, ਕਹਿੰਦੇ ਪ੍ਰਸ਼ਾਦਾ ਜ਼ਹਿਰ ਵਰਗਾ ਲੱਗਦਾ। ਕੀ ਹੋ ਗਿਆ? ਉਹੀ ਰੋਟੀ, ਉਹ ਅੰਦਰੋਂ ਰਸ ਖਤਮ ਹੋ ਗਿਆ ਉਹਨੂੰ ਖਿੱਚਣ ਵਾਲਾ। ਇਸ ਕਰਕੇ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਵੀ ਆ ਤੈਨੂੰ ਮੈਂ 2 ਤਰ੍ਹਾਂ ਦਾ ਸੁੱਖ ਦੱਸਾਂ, ਤੂੰ ਹੁਣ ਚੁਣ ਲਈ ਆਪਣੀ ਮਰਜ਼ੀ ਨਾਲ, ਕਿਉਂਕਿ ਗੁਰੂ ਸਾਹਿਬ ਧੱਕਾ ਨਹੀਂ ਕਰਦੇ ਕਿਸੇ ਨਾਲ। ਤੂੰ ਦੋਵਾਂ ਨੂੰ ਪਹਿਲਾਂ ਵੇਖ, ਇਹ ਗੁਰੂ ਸਾਹਿਬ ਦਾ ਸਿਧਾਂਤ ਹੈ। ਕਿਸੇ ਤੇ ਦਬਾਅ ਨਹੀਂ ਪਾਉਣਾ, ਕਿਸੇ ਨੂੰ ਫੋਰਸ ਨਹੀਂ ਕਰਨਾ, ਧੱਕਾ ਨਹੀਂ ਕਰਨਾ ਕਿਸੇ ਨਾਲ, ਕਿਉਂਕਿ ਧੱਕੇ ਨਾਲ ਜਿਹੜੀ ਚੀਜ਼ ਕੀਤੀ ਜਾਂਦੀ ਉਹ ਕੁਦਰਤੀ ਨਹੀਂ ਰਹਿੰਦੀ। ਖਿਆਲ ਕਰਨਾ, ਜਿਹਦੇ ਉੱਤੇ ਬਹੁਤਾ ਦਬਾਅ ਪਾਇਆ ਜਾਂਦਾ ਨਾ, ਆਦਮੀ ਨੂੰ ਦੱਸ ਦੇਣਾ ਵੀ ਆਹ ਵੇਖ ਲੈ ਦੋਵੇਂ ਚੀਜ਼ਾਂ, ਇਹਦੇ ਰਿਜ਼ਲਟ ਵੇਖ, ਇਹਦੇ ਵੇਖ, ਚੰਗੀ ਤਰ੍ਹਾਂ ਕੋਖ ਤਜਰਬਾ ਕਰ, ਆਪਣਾ ਕਰਕੇ ਵੇਖ। ਇਸ ਲਈ ਗੁਰੂ ਸਾਹਿਬ ਨੇ ਸਿੱਖ ਨੂੰ ਪਦਾਰਥ ਵੀ ਦਿੱਤਾ ਤੇ ਪਰਮਾਰਥ ਵੀ ਦਿੱਤਾ ਹੈ। ਉਹਦਾ ਕਾਰਨ ਹੈ ਵੀ ਉਹ ਬੜਾ ਵੱਡਾ ਮਨੋਵਿਗਿਆਨ ਹੈ। ਬੰਦੇ ਦਾ ਮਨ ਉੱਥੇ ਰਹਿੰਦਾ ਜਿੱਥੇ ਉਹ ਨਹੀਂ ਜਾਂਦਾ, ਜਿੱਥੇ ਉਹ ਹੁੰਦਾ ਉੱਥੇ ਨਹੀਂ ਹੁੰਦਾ। ਆਪ ਜੀ ਹੈਰਾਨ ਹੋਵੋਗੇ, ਸੰਸਾਰ ਦੇ ਸਾਰੇ ਤਿਆਗੀ 100 ਵਿੱਚੋਂ 2 ਨੂੰ ਛੱਡ ਕੇ 98 ਦੁਨੀਆ ਵਿੱਚ ਹੀ ਰਹਿੰਦੇ ਨੇ। ਜਿਨ੍ਹਾਂ ਨੇ ਸੰਸਾਰ ਤਿਆਗ ਦਿੱਤਾ ਹੈ ਨਾ, ਪਰਿਵਾਰ ਤਿਆਗ ਦਿੱਤਾ ਹੈ, ਕਾਰੋਬਾਰ, 100 ਵਿੱਚੋਂ 98 ਦੁਨੀਆ ਵਿੱਚ ਰਹਿੰਦੇ ਨੇ। ਇਹ ਵੱਖਰੀ ਗੱਲ ਹੈ, ਸਰੀਰ ਉਹਨਾਂ ਦਾ ਬਾਹਰ ਰਹਿੰਦਾ। ਤੇ ਜਿੰਨੇ ਧਾਰਮਿਕ ਨੇ ਉਹਨਾਂ ਦਾ ਮਨ ਧਰਮ ਵੱਲ, ਜਿਹੜੇ ਸੰਸਾਰੀ ਨੇ ਧਰਮ ਵੱਲ ਰਹਿੰਦੇ ਨੇ ਬਹੁਤ, ਕਿਉਂਕਿ ਜਿੱਥੇ ਅਸੀਂ ਹੁੰਦੇ ਹਾਂ ਉੱਥੇ ਸਾਡਾ ਮਨ ਨਹੀਂ ਹੁੰਦਾ। ਇਸ ਕਰਕੇ ਗੁਰੂ ਸਾਹਿਬ ਨੇ ਸਾਡੇ ਸਾਹਮਣੇ ਦੋਵੇਂ ਚੀਜ਼ਾਂ ਰੱਖ ਦਿੱਤੀਆਂ ਵੀ ਆਹ ਪਦਾਰਥ, ਇਹਨੂੰ ਵੀ ਚੱਖ ਕੇ ਵੇਖ। ਕਿਤੇ ਤੇਰੇ ਅੰਦਰ ਥੋੜਾ ਜਿਹਾ ਸ਼ੱਕ ਰਹਿ ਗਿਆ ਨਾ ਵੀ ਪਤਾ ਨਹੀਂ ਉੱਥੇ ਕੀ ਹੈ, ਬਸ ਫਿਰ ਤੇਰੇ ਵਿੱਚ ਕੱਚਾਪਣ ਆ ਜਾਏਗਾ। ਵੇਖ ਲੈ। ਹਾਂ, ਇੱਕ ਦੂਜੀ ਕੈਟਾਗਰੀ ਹੈ, ਜਿਨ੍ਹਾਂ ਨੇ ਪਹਿਲਾਂ ਬੜਾ ਵੇਖਿਆ ਹੁੰਦਾ ਉਹ ਸਿੱਧਾ ਹੀ ਛੱਡ ਜਾਂਦੇ ਨੇ, ਹਿੰਮਤ ਹੁੰਦੀ ਉਹਨਾਂ ਵਿੱਚ, ਸਾਰੇ ਨਹੀਂ ਕਰ ਸਕਦੇ। ਗੁਰੂ ਸਾਹਿਬ ਨੇ ਬਚਨ ਕੀਤਾ, ਜਦੋਂ ਮਾਇਆ ਬਾਰੇ ਕਿਹਾ ਵੀ ਤੁਸੀਂ ਮਾਇਆ ਦੇ ਵਿੱਚ ਵੀ ਰਹਿੰਦੇ ਹੋ, ਵਪਾਰ, ਪਰਿਵਾਰ, ਸਾਰਾ ਕੁਝ ਸਿੱਖਾਂ ਨੂੰ ਵੀ ਕਹਿ ਰਹੇ ਹੋ। ਹਜ਼ੂਰ ਕਹਿੰਦੇ ਵੀ ਬੰਦੇ ਦੇ ਮਨ ਦਾ ਹੈ ਇਸ ਤਰ੍ਹਾਂ ਦੀ ਅਵਸਥਾ, ਬਣਾਵਟ ਇਸ ਤਰ੍ਹਾਂ ਦੀ ਹੈ, ਜੇ ਇਹਨੂੰ ਕਿਸੇ ਚੀਜ਼ ਵਿੱਚੋਂ ਕੱਢ ਲਓ ਇੱਕਦਮ ਤੇ ਇਹਦਾ ਧਿਆਨ ਉੱਥੇ ਗੱਡਿਆ ਰਹਿ ਜਾਂਦਾ ਹੈ। ਉਹਨੂੰ ਛਡਾਉਣ ਵਾਸਤੇ ਇੱਕੋ ਹੀ ਤਰੀਕਾ ਹੈ, ਇੱਕ ਵਾਰੀ ਇਹਨੂੰ ਭਟਕਣ ਦਿੱਤਾ ਜਾਏ, ਇੱਕ ਵਾਰੀ ਇਹਨੂੰ ਧੱਕੇ ਖਾ ਲੈਣ ਦਿੱਤੇ ਜਾਣ, ਚੰਗੀ ਤਰ੍ਹਾਂ ਖਾਏ, ਪੂਰੀ ਤਰ੍ਹਾਂ। ਤੇ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਚੱਖ ਛੋਡੀ ਸਹਿਸਾ ਨਹੀਂ ਕੋਏ। ਚੰਗੀ ਤਰ੍ਹਾਂ ਮਾਇਆ ਨੂੰ ਚੱਖ ਕੇ ਵੇਖ ਲਿਆ, ਹੁਣ ਪਿੱਛੇ ਪਰਤ ਕੇ ਸ਼ੱਕ ਨਹੀਂ ਰਿਹਾ ਵੀ ਉੱਥੇ ਪਤਾ ਨਹੀਂ ਕੀ ਹੈ। ਇਹ ਇੱਕ ਤਰ੍ਹਾਂ ਦੇ ਲੋਕ ਨੇ, ਇੱਕ ਹੋਰ ਤਰ੍ਹਾਂ ਦੇ ਵੀ ਲੋਕ ਨੇ। ਹੁਣ ਇਹ ਸਾਰੇ ਗਿਆਨ
ਇੱਕ ਬੰਦੇ ਤੇ ਸਾਰੇ ਗਿਆਨ ਲਾਗੂ ਨਹੀਂ ਹੁੰਦੇ। ਉਹ ਵੀ ਲੋਕ ਨੇ ਜਿਹੜੇ ਵੇਖਦੇ ਰਹਿੰਦੇ ਨੇ, ਵੇਖਦੇ ਰਹਿੰਦੇ ਤੇ ਪਤਾ ਲੱਗ ਜਾਂਦਾ ਇਹਦੇ ਵਿੱਚ ਕੁਝ ਨਹੀਂ, ਪਰ ਉਹਦੇ ਵਿੱਚ ਫਿਰ ਡਿੱਗ ਪੈਂਦੇ ਪਰਤ ਕੇ, ਉਹ ਵੀ ਹਨ। ਇਹ ਵੱਖਰੇ ਵੱਖਰੇ ਮਨ ਨੇ। ਆਪ ਜੀ ਨੇ ਜਿਸ ਮਹਾਵਿਰਾਗੀ ਚੱਕਰਵਰਤੀ ਰਾਜੇ ਬਾਰੇ ਸੁਣਿਆ, ਭਰਥਰੀ, ਜਿਨੇ ਵਿਰਾਗ ਸ਼ਤਕ ਗ੍ਰੰਥ ਲਿਖਿਆ ਵੀ ਵਿਰਾਗ ਕੀ ਹੁੰਦਾ, ਦੁਨੀਆ ਤੋਂ ਉਪਰਾਮਤਾ ਉਦਾਸੀ ਕਿਵੇਂ ਆ ਸਕਦੀ। ਇਹ ਚੱਕਰਵਰਤੀ ਰਾਜਾ ਸੀ ਤੇ ਇਹਨੂੰ ਚੋਟ ਲੱਗ ਗਈ ਸੰਸਾਰ ਤੋਂ ਕਿਤੇ ਬਹੁਤ ਵੱਡੀ। ਜਦੋਂ ਧੋਖਾ ਲੱਗਾ ਤੇ ਇਹਨੇ ਕਿਹਾ ਵੀ ਦੁਨੀਆ ਛੱਡ ਦੇਣੀ ਹੈ, ਤਿਆਗ ਦੇਣੀ ਹੈ। ਕਹਿੰਦੇ ਨੇ ਵੀ ਇਹ 7 ਵਾਰੀ ਇਹਨੇ ਦੁਨੀਆ ਤਿਆਗੀ ਸੀ। ਜਾਂਦਾ ਸੀ ਤੇ ਫਿਰ ਆ ਜਾਂਦਾ ਸੀ ਸਾਲ ਬਾਅਦ ਘਰ, ਕਿਉਂਕਿ ਇੱਕ ਵਾਰੀ ਤੇ ਵਿਰਾਗ ਹੁਣ ਬਹੁਤ, ਤੁਹਾਨੂੰ ਪਤਾ ਵੀ ਕਈ ਵਾਰੀ ਵਿਰਾਗ ਬੜਾ ਤੇਜ਼ ਹੁੰਦਾ ਵੀ ਬਸ ਹੁਣ ਤਾਂ ਹੋ ਜਾਣਾ ਸਾਧੂ, ਹੁਣ ਤਾਂ ਸੰਤ ਬਣ ਜਾਣਾ, ਛੱਡ ਜਾਣਾ। ਤੇ ਜਦੋਂ ਚੌਥੇ ਕੁ ਦਿਨ ਕਿਤੇ ਸਾਧ ਸੰਗਤ ਜੀ ਉਧਰ ਝਲਕ ਵੱਜਦੀ ਏ, ਉਹ ਵਿਰਾਗ ਥੋੜਾ ਹੁੰਦਾ ਕੱਚਾ, ਉਹ ਟੁੱਟ ਜਾਂਦਾ, ਫਿਰ ਚਲਾ ਜਾਂਦਾ। ਇਹ 7 ਵਾਰੀ ਜਾਂ ਇਸ ਤੋਂ ਵੀ ਜ਼ਿਆਦਾ ਵਾਰੀ ਜਿੰਨਾ ਮੈਂ ਵੇਖਿਆ ਪੜ੍ਹਿਆ, ਉਹ 7 ਵਾਰੀ ਉਹਨੇ ਦੁਨੀਆ ਤਿਆਗੀ ਸੀ, ਪਰ ਫਿਰ ਵਿੱਚ ਰਹਿ ਜਾਂਦੀ ਸੀ ਅੰਦਰ ਖਿੱਚ, ਫਿਰ ਵਾਪਸ ਆਉਂਦਾ ਸੀ, ਫਿਰ ਚਲਾ ਜਾਂਦਾ ਸੀ, ਫਿਰ ਇਹਨੇ ਵਾਪਸ। ਇਸ ਕਰਕੇ ਜਿਹੜੇ ਜਨਕ ਦਾ ਨਾਂ ਆਉਂਦਾ ਉਹਨੇ ਇੱਕ ਹੋਰ ਤਰੀਕਾ, ਇਹ ਬੜੇ ਤਰੀਕੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਇਹ ਕੰਮ ਕਰਨ ਦਾ, ਜਿਹਨੂੰ ਧਰਮ ਦਾ ਕਾਰਜ ਕਹਿੰਦੇ, ਸੰਤ ਕਾ ਮਾਰਗ ਧਰਮ ਕੀ ਪੌੜੀ, ਇੱਕ ਤਰ੍ਹਾਂ ਦਾ ਨਹੀਂ। ਇੱਥੇ ਅਸੀਂ ਭੁੱਲ ਜਾਂਦੇ ਹਾਂ, ਅਸੀਂ ਦੂਜੇ ਦੀ ਚੀਜ਼ ਵਰਤਦੇ। ਜਨਕ ਨੇ ਇੱਕ ਹੋਰ ਬੜੀ ਅਜੀਬ ਵਿਧੀ ਦੀ ਵਰਤੋਂ ਕੀਤੀ। ਉਹ ਕਹਿੰਦਾ ਵੀ ਵਿੱਚ ਰਹਿ ਕੇ ਸਿਮਰਨ ਕਰਨਾ, ਵਿੱਚ ਭੋਗ ਦੇ ਵਿੱਚ ਯੋਗ ਕਰਨਾ ਹੈ, ਉਹ ਵੱਖਰਾ ਹੈ ਹੋਰ ਕਿਸੇ ਆਦਮੀ ਵਾਸਤੇ। ਨਾਲੋਂ ਨਾਲ ਇੱਕੋ ਦਮ ਇੱਕ ਹੱਥ ਇੱਧਰ ਠੰਡੇ ਪਾਣੀ ਵਿੱਚ, ਇੱਕ ਗਰਮ ਵਿੱਚ, ਤੇ ਨਾਲ ਅਭਿਆਸ ਕਰਨਾ। ਇਸ ਤਰ੍ਹਾਂ ਕਰਦਾ ਰਿਹਾ। ਉਹ ਵੀ ਇੱਕ ਅਭਿਆਸ ਹੈ। ਉਹਨੂੰ ਗੁਰੂ ਸਾਹਿਬ ਨੇ ਕਿਹਾ, ਕਬੀਰ ਸਾਹਿਬ ਕਹਿੰਦੇ ਕਿ ਇਹ ਯੋਗ ਕੇ ਭੋਗ। ਅਸਲ ਵਿੱਚ ਬੰਦਾ ਯੋਗੀ ਬਣਦਾ ਹੀ ਉਦਣ ਜਿੱਦਣ ਭੋਗ ਦੇ ਵਿੱਚ ਯੋਗੀ ਬਣ ਜਾਏ। ਸੰਸਾਰ ਨੂੰ ਵਰਤਦਾ ਹੋਇਆ ਵੀ ਯੋਗ ਉਹਦੇ ਅੰਦਰ ਬਣਿਆ ਰਹੇ, ਉਦਣ ਛੁੱਟਦਾ ਭੋਗ ਤੋਂ, ਨਹੀਂ ਤੇ ਛੁੱਟ ਨਹੀਂ ਸਕਦਾ ਵਿੱਚ ਬਿਲਕੁਲ। ਇਹ ਨਹੀਂ ਵੀ ਥੋੜਾ ਜਿਹਾ ਵੀ ਵੱਖਰਾ ਹੋ ਜਾਏ, ਬਚੇਗੀ ਉਦਣ। ਉਹ ਹੀ ਲੱਕੜ ਪਾਣੀ ਚੋਂ ਗਲਣ ਤੋਂ ਬਚੇਗੀ ਜਿਹਨੂੰ ਪਾਣੀ ਦੇ ਵਿੱਚ ਸੁੱਟ ਦਿਓ ਪਰ ਪਾਣੀ ਗਾਲ ਨਾ ਸਕੇ, ਉਹ ਬਚ ਸਕਦੀ। ਜਿਵੇਂ ਕੱਲ ਆਪਾਂ ਬੇਨਤੀ ਕੀਤੀ, ਨਿਰਲੇਪ। ਵੱਖਰੇ ਰਹਿਣ ਵਿੱਚ ਫਿਰ ਵੀ ਨੁਕਸ ਪੈ ਸਕਦਾ ਕੋਈ ਨਾ ਕੋਈ, ਉਹ ਲੱਕੜ। ਇਸ ਕਰਕੇ ਜਿਹੜੀ ਲੱਕੜ ਪੁਰਾਣੀ ਟਾਹਲੀ ਹੁੰਦੀ ਹੈ, 200 ਸਾਲ 300 ਸਾਲ ਪੁਰਾਣੀ, ਤੁਸੀਂ ਵੇਖੋਗੇ ਪੰਜਾਬ ਵਿੱਚ, ਇੰਡੀਆ ਵਿੱਚ ਕਿੰਨੀ ਸਿਉਂਕ ਲੱਗਦੀ ਹੈ ਲੱਕੜਾਂ ਨੂੰ, ਕਿੰਨੀਆਂ ਦਵਾਈਆਂ ਲਾਈਆਂ ਜਾਂਦੀਆਂ ਨੇ, ਟੀਕੇ ਲਾਉਂਦੇ ਨੇ ਲੋਕ ਆਏ ਸਾਲ, ਪਰ ਉਹ ਫਿਰ ਵੀ ਖਾ ਜਾਂਦੀ। ਪਰ ਇੱਕ ਲੱਕੜ ਹੁੰਦੀ ਉਹ ਪੁਰਾਣੀ ਟਾਹਲੀ, ਉਹਨੂੰ ਕਹਿੰਦੇ ਵਗਾਓ ਸਿਉਂਕ ਦੇ ਵਿੱਚ ਲਿਜਾ ਕੇ, ਭਲਾ ਲੱਗਦੀ ਕਿ ਨਹੀਂ, ਉਹਨੂੰ ਨਹੀਂ ਲੱਗ ਸਕੇਗੀ, ਲੋਹਾ ਹੋ ਗਿਆ। ਉਹ ਜਿਹੜੇ ਬਹੁਤ ਵਿਰਲੇ ਲੋਕ ਨੇ ਜਿਹੜੇ ਇੰਨੇ ਅੰਦਰੋਂ ਆਪਣੇ ਆਪ ਨੂੰ ਕਰਕੇ ਤੇ ਇੱਕ ਐਸੀ ਥਾਂ ਤੇ ਚਲੇ ਜਾਂਦੇ ਜਿੱਥੇ ਗੁੰਜਾਇਸ਼ ਹੀ ਕੋਈ ਨਹੀਂ। ਐਸੀ ਥਾਂ, ਉਹ ਸਿੰਘਾਸਨ ਜਿਹਨੂੰ ਕਬੀਰ ਜੀ ਕਹਿੰਦੇ, ਅਬ ਤੋ ਜਾਏ ਚੜੇ ਸਿੰਘਾਸਨ, 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 ਅਬ ਤੋ ਜਾਏ ਚੜੇ ਸਿੰਘਾਸਨ। मिले है सारंग पानी, मिले है सारंग पानी, मिले है सारंग पानी, मिले है सारंग पानी। राम कबीरा एक पए हैं, राम कबीरा एक पए हैं। राम कबीरा एक पए हैं, राम कबीरा एक पए हैं। कोई
न सकै पछानी, कोई न सकै पछानी, कोई न सकै पहचान ही नहीं आती। पता नहीं लगता भी ये सिख है कि गुरु है, कि गुरु है कि सिख है, पता नहीं लगता। कलगीधर पातशाह नूं किसी ने कहा भी खालसे की व्याख्या थोड़ी जी सरल करके दसो, सौखी करके। उन्होंने अपनी बाणी भी लिखी बहुत सारी, पर कहते 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 एक थां ते चले गए। कहन लगे उस दिन खालसा बन गया, समझो जिदण वो दुनिया दे विच तुरिया जाए, बाजार विचों निकले ते लोग ਉਹਦੇ ਮੂੰਹ ਵੱਲੋਂ ਜਾਂ ਉਹਦੇ ਜੀਵਨ ਵੱਲ ਵੇਖ ਕੇ ਭੁਲੇਖਾ ਖਾ ਜਾਣ, ਭੁਲੇਖਾ ਲੱਗ ਜਾ ਉਹਨਾਂ ਨੂੰ। ਕਾਹਦਾ ਭੁਲੇਖਾ ਲੱਗੇ? ਕਹਿੰਦੇ ਇਹ ਭੁਲੇਖਾ ਲੱਗ ਜਾਏ ਵੀ ਇੱਕ ਦੂਜੇ ਨੂੰ ਕਹਿਣ ਕਿਤੇ ਆ ਗੁਰੂ ਗੋਬਿੰਦ ਸਿੰਘ ਤੇ ਨਹੀਂ ਜਾ ਰਿਹਾ ਕਿਤੇ, ਇਹ ਹੈ ਖਾਲਸਾ, ਇਹਨੂੰ ਕਹਿੰਦੇ ਆ। ਇਹਨਾਂ ਉਸ ਥਾਂ ਤੇ ਚਲਾ ਗਿਆ। ਔਖਾ ਹੈ ਪਰ ਹੈ ਇਹੀ ਹੈ, ਇਦੋਂ ਘੱਟ ਨਹੀਂ ਚੱਲਦਾ। ਕਹਿੰਦੇ ਆ ਕਿਤੇ ਉਹ ਤੇ ਨਹੀਂ, ਇਹ ਹੋਣਾ ਵੀ ਚਾਹੀਦਾ ਹੈ। ਕਿਤੇ ਬੱਸ ਵਿੱਚ ਸਫ਼ਰ ਕਰਦਿਆਂ ਕਿਸੇ ਦੇ ਮੂੰਹ ਨੱਕ ਵੱਲ ਵੇਖ ਕੇ ਬੰਦਾ ਕਹਿ ਦਿੰਦਾ ਵੀ ਇਹ ਕਿਤੇ ਉਹਦਾ ਲੜਕਾ ਤੇ ਨਹੀਂ, ਕਿਤੇ ਉਹਦਾ, ਇਹਦਾ ਮੂੰਹ ਸਿਰ ਉਸ ਤਰ੍ਹਾਂ ਦਾ, ਪਤਾ ਲੱਗਦਾ ਹੈ। ਸਿੱਖ ਵੱਲੋਂ ਵੇਖ ਕੇ ਜੇ ਗੁਰੂ ਚੇਤੇ ਨਹੀਂ ਆਇਆ, ਇਹਦਾ ਮਤਲਬ ਉਹ ਸਿੱਖ ਹੈ ਨਹੀਂ, ਉਹਦੇ ਸਿੱਖੀ ਵਿੱਚ ਕੋਈ ਕਮੀ ਰਹਿ ਗਈ। ਨਹੀਂ ਤੇ ਉਹਨੂੰ ਮੂੰਹੋਂ ਨਹੀਂ ਬੋਲਣਾ ਪਏਗਾ ਵੀ ਮੇਰਾ ਕੋਈ ਗੁਰੂ ਹੈ। ਗੁਰੂ ਉਹਦੇ ਵਿੱਚੋਂ ਝਲਕਾ ਮਾਰ ਮਾਰ ਕੇ ਡੁੱਲੇਗਾ ਬਾਹਰ, ਜੇ ਗੁਰੂ ਉਹਦੇ ਕੋਲ ਹੋਇਆ ਤੇ ਉਹਨੂੰ ਕਹਿਣ ਦੀ ਲੋੜ ਨਹੀਂ ਪੈਣੀ। ਉਹਦੀਆਂ ਅੱਖਾਂ ਦੀ ਨਜ਼ਰ, ਉਹਦੀ ਚਾਲ, ਉਹਦੀ ਢਾਲ, ਉਹਦਾ ਬੋਲਣਾ ਗੁਰੂ ਨੂੰ ਪ੍ਰਗਟ ਕਰੇਗਾ, ਸਾਹਮਣੇ ਲਿਆਏਗਾ ਤੇ ਅਗਲਾ ਪ੍ਰਭਾਵਿਤ ਹੋ ਜਾਏਗਾ, ਮਜਬੂਰ ਹੋ ਜਾਏਗਾ ਪੁੱਛਣ ਵਾਸਤੇ ਵੀ ਤੇਰਾ ਗੁਰੂ ਕੌਣ ਹੈ, ਦੱਸ ਤੇਰਾ ਗੁਰੂ ਕੌਣ ਹੈ। ਉਹਦੇ ਕਰਮ ਵੱਲੋਂ ਵੇਖ ਕੇ, ਉਹਦੇ ਜੀਵਨ ਵੱਲ ਵੇਖ ਕੇ ਇੰਨਾ ਪ੍ਰਭਾਵਿਤ ਹੋਏਗਾ, ਖਿੱਚ ਪਏਗੀ ਉਹਦੇ ਵੱਲ ਵੇਖ ਕੇ। ਇਉਂ ਕਹਿ ਲਓ ਵੀ ਜੇ ਉਹਦੇ ਨਾਲ ਈਰਖਾ ਵੀ ਹੋਵੇਗੀ ਤੇ ਈਰਖਾ ਦੇ ਨਾਲ ਨਾਲ ਵੀ ਪ੍ਰੇਮ ਰਹੇਗਾ। ਉਹਦੀ ਇਹ ਨਿਸ਼ਾਨੀ ਹੈ ਸਾਧੂ ਦੀ। ਉਹਦੀ ਕੀ ਨਿਸ਼ਾਨੀ ਹੈ? ਇਸ ਤਰ੍ਹਾਂ ਦੇ ਲੋਕ ਜਿਹੜੇ ਬਾਣੀ ਵਿੱਚ ਸ਼ਬਦ ਲਿਖੇ ਗਏ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਹੋਰ ਕੀਤੀ ਝੱਕ ਝੱਕ ਆਵੇ ਜਾ। ਕੌਣ ਨੇ ਉਹ? ਜਿਹੜੇ ਲੋਕ ਉਹਨਾਂ ਨਾਲ ਵੈਰ ਵੀ ਕਰਦੇ ਨੇ ਨਾ, ਉਹਨਾਂ ਨੂੰ ਵੀ ਕਹਿਣਾ ਪੈ ਜਾਏਗਾ, ਵਿੱਚੋਂ ਵਿੱਚੋਂ ਰੋਣਗੇ ਵੀ ਨਹੀਂ ਕਰਨਾ ਚਾਹੀਦਾ, ਪਰ ਉਹ ਇੱਕ ਚਾਲ ਬਣ ਜਾਂਦੀ, ਦੁਨੀਆ ਦੀ ਗਰੁੱਪ ਬਣ ਜਾਂਦਾ, ਕਰਨਗੇ ਸਹੀ। ਆ ਇੱਕ ਸ਼ਬਦ ਆਉਂਦਾ 12 ਮਾਹ ਦੇ ਵਿੱਚ, ਮੈਨੂੰ ਕਿਸੇ ਸਿੰਘ ਨੇ ਕਿਹਾ ਵੀ ਆਹ ਕੀ ਅਰਥ ਨੇ? ਕਹਿੰਦੇ ਸੱਚੇ ਮਾਰਗ ਚੱਲਦਿਆਂ ਉਸਤਤ ਕਰੇ ਜਹਾਨ। ਕਹਿੰਦੇ ਇੱਥੇ ਤਾਂ ਨਿੰਦੇ ਹੀ ਹੁੰਦੀ ਹੈ। ਮੈਂ ਕਿਹਾ ਨਿੰਦਿਆ ਕਰਨ ਵਾਲੇ ਵਿੱਚੋਂ ਰੋਂਦੇ ਨੇ ਵੀ ਹੁਣ ਕਰਨੀ ਪੈਣੀ ਹੈ, ਪਰ ਹੁੰਦੀ ਨਹੀਂ, ਮੂੰਹ ਨਹੀਂ ਖੁੱਲਦੀ। ਉਹ ਇੱਕ ਗੁਰਤਵਾ ਆਕਰਸ਼ਣ ਸ਼ਕਤੀ ਹੈ, ਜਿੱਥੇ ਨਾਮ ਹੈ ਉਹ ਖਿੱਚ ਪਾਏਗਾ ਬੰਦੇ ਨੂੰ, ਛੱਡੇਗਾ ਨਹੀਂ ਉਸ ਨੂੰ। ਉਹਦਾ ਵਿਰੋਧੀ ਵੀ ਜਾ ਕੇ ਆਰਾਮ ਨਾਲ ਸਵੇਗਾ ਨਹੀਂ, ਜਿਹੜਾ ਉਹਨੇ ਵਿਰੋਧ ਕੀਤਾ। ਉਹ ਤੇ ਮਨ ਦੁਆਰਾ ਵਿਰੋਧ ਕਰ ਰਿਹਾ, ਉਹਦੀ ਆਤਮਾ ਉਹਦੇ ਪਿਆਰ ਵਿੱਚ ਜੀਏਗੀ, ਉਹਦਾ ਭਲਾ ਮੰਗੇਗੀ। ਇਹ ਉਹਦੀ ਨਿਸ਼ਾਨੀ ਹੈ। ਇਸ ਤਰ੍ਹਾਂ ਦਾ ਉਹਦੇ ਵਰਗਾ ਹੀ ਬਿਲਕੁਲ ਜਿਹੜੇ ਉਹਦੇ ਵਿੱਚ ਲੀਨ ਹੋਏ। ਅਬ ਤੋਂ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭਏ ਹੈ, ਕੋਈ ਨਾ ਸਕੈ ਪਛਾਣੀ। ਇੰਨੇ ਉੱਚੇ ਚਲੇ ਗਏ। ਮੈਂ ਬੇਨਤੀ ਕਰ ਰਿਹਾ ਸੀ, ਬੇਪਰਵਾਹੀ ਦਾ ਗੁਣ ਅਕਾਲ ਪੁਰਖ ਦੇ ਵਿੱਚ ਬਹੁਤ ਵੱਡਾ ਹੈ। ਉਹ ਵਿੱਚ ਰਹਿੰਦਾ ਹੈ ਦੁਨੀਆ ਦੇ, ਉਹਦੇ ਤੇ ਕਿਸੇ ਕਰਮ ਦਾ ਪ੍ਰਭਾਵ ਨਹੀਂ ਪੈਂਦਾ। ਪਾਪ ਉਦੋਂ ਖਤਮ ਹੁੰਦਾ, ਉਹਦੇ ਤੋਂ ਬਿਨਾਂ ਪਾਪ ਖਤਮ ਨਹੀਂ ਹੁੰਦਾ। ਵੀ ਜਿਵੇਂ ਜਨਕ ਦੀ ਮੈਂ ਗੱਲ ਕਰ ਰਿਹਾ ਸੀ, ਜਦੋਂ ਬੰਦੇ ਦੀ ਖਿੱਚ, ਅਟੈਚਮੈਂਟ ਜਿਹੜੀ ਪਦਾਰਥ ਨਾਲ ਖਤਮ ਹੋ ਜਾਏ, ਫਿਰ ਪਦਾਰਥ ਉਹਦੇ ਵਾਸਤੇ ਪਾਪ ਨਹੀਂ ਰਹੇਗਾ। ਉਹਦੇ ਤੋਂ ਪਹਿਲਾਂ ਸਾਰਾ ਕੁਝ ਹੀ ਪਾਪ ਹੈ। ਜੇ ਮੈਂ ਉਸ ਪੱਧਰ ਦੇ ਉੱਤੇ ਵਿਆਖਿਆ ਕਰਦਿਆਂ ਤੇ ਪਾਪ ਪੁੰਨ ਕੀ ਸਾਰ ਨਾ ਜਾਣੈ, ਭੂਲਾ ਫਿਰੈ ਅਜਾਈ। ਉਹਨਾਂ ਚਿਰ ਪਾਪ ਖਤਮ ਨਹੀਂ ਹੁੰਦਾ ਜਿੰਨਾ ਚਿਰ ਵਿਅਕਤੀ ਦੀ ਅਟੈਚਮੈਂਟ ਪਦਾਰਥ ਨਾਲ ਟੁੱਟਦੀ ਨਹੀਂ। ਉਹ ਚੰਗਾ ਵੀ ਕਰੇਗਾ ਫਿਰ ਮਾੜਾ ਹੋ ਜਾਏਗਾ, ਉਸੇ ਤਰ੍ਹਾਂ ਚਲਾ ਜਾਏ, ਭਾਵੇਂ ਉਹ ਸਾਧੂ ਵੀ ਕਿਉਂ ਨਾ ਹੋ ਜਾਏ। ਹੁਣ ਜਨਕ ਨੇ ਕਿਹਾ ਸੀ ਅਸ਼ਟਾਵਕਰ ਨੂੰ ਬਈ ਮੈਂ ਇਸ ਸਿੰਘਾਸਨ ਦੇ ਉੱਤੇ ਬਹਿ ਕੇ ਸਾਧੂ ਬਣਨਾ ਹੈ। ਬੜਾ ਔਖਾ ਸੀ, ਛੱਡਣਾ ਨਹੀਂ ਇਹਨੂੰ, ਇਹਦੇ ਉੱਤੇ ਹੀ ਰਹਿਣਾ। ਭਰਤਰੀ ਨੇ ਛੱਡ ਦਿੱਤਾ ਸੀ, ਉਹ ਉਤਰ ਕੇ ਆ ਗਿਆ ਥੱਲੇ।
ਜਨਕ ਕਹਿੰਦਾ ਨਹੀਂ ਇੱਥੇ ਬਹਿ ਕੇ ਦੱਸੋ, ਇੱਥੇ, ਕਿਉਂਕਿ ਇਹ ਨਾਲ ਰਹਿਣਾ ਬੰਦੇ ਦੇ ਸਿੰਘਾਸਨ। ਤੇ ਜਦੋਂ ਉਹਦੇ ਤੇ ਬਖਸ਼ਿਸ਼ ਹੋ ਗਈ ਨਾ, ਜਨਕ ਨੂੰ ਪਤਾ ਲੱਗ ਗਿਆ ਵੀ ਕੀ ਹੈ ਜ਼ਿੰਦਗੀ, ਰੱਬ ਕਿਵੇਂ ਦਾ ਹੈ। ਜਨਕ ਉਵੇਂ ਦੇ ਹੋ ਗਏ। ਰੱਬ ਸੀ, ਵਿੱਚ ਰਹਿੰਦਾ ਸੀ ਤੇ ਵੱਖਰਾ ਰਹਿੰਦਾ ਸੀ, ਇਸ ਤਰ੍ਹਾਂ ਦਾ ਸੀ। ਜਨਕ ਵਿੱਚ ਰਹਿਣ ਲੱਗ ਪਿਆ ਤੇ ਵੱਖਰਾ, ਔਖਾ ਬੜਾ ਸੀ, ਇਹ ਗੱਲ ਪੱਕੀ ਹੈ। ਤੇ ਇੱਕ ਵੱਖਰਾ ਰਹਿਣ ਵਾਲਾ ਸੱਜਣ ਆਇਆ ਜਨਕ ਨੂੰ ਮਿਲਣ ਵਾਸਤੇ। ਉਹ ਕੌਣ ਸੀ? ਸੁਖਦੇਵ ਮੁਨੀ। ਛੋਟਾ ਮੁਨੀ ਨਹੀਂ ਸੀ, ਮੰਨਿਆ ਪਰ ਮੰਨਿਆ। ਸੁਖਦੇਵ ਮੁਨੀ ਆ ਗਿਆ, ਪਤਾ ਲੱਗਾ ਮਿਲਣ ਲਈ ਆਏ ਨੇ। ਤੇ ਸੁਖਦੇਵ ਮੁਨੀ ਤਾਂ ਆਇਆ ਸੀ ਵੀ ਇਹ ਦੱਸਣ ਵਾਸਤੇ ਬਈ ਤੂੰ ਕੋਈ ਭਗਤ ਨਹੀਂ, ਮੈਂ ਭਗਤ ਹਾਂ, ਮੈਂ ਦੁਨੀਆ ਛੱਡ ਕੇ। ਜਦੋਂ ਆਏ ਤੇ ਜਨਕ, ਹੁਣ ਜਨਕ ਦੀ ਦੁਨੀਆ ਹੋਰ ਸੀ। ਕਰਮ ਕਰਤ ਹੋਵੈ ਨੇ ਕਰਮ, ਤਿਸ ਵੈਸਨੋ ਕਾ ਨਿਰਮਲ ਧਰਮ, ਕਾਹੂ ਫਲ ਕੀ ਇੱਛਾ ਨਹੀਂ ਬਾਂਛੈ, ਕੇਵਲ ਭਗਤ ਕੀਰਤਨ ਸੰਗ ਰਾਚੈ। ਉੱਥੇ ਇੱਛਾ ਹੀ ਕੋਈ ਨਹੀਂ। ਹੁਣ ਇਹ ਤਾਂ ਬੜਾ ਔਖਾ ਹੈ ਨਾ ਸਾਧ ਸੰਗਤ ਜੀ। ਕੋਈ ਬੰਦਾ ਅੰਬ ਬੀਜੇ ਹੀ ਨਾ ਤੇ ਉਹਦੇ ਬਾਰੇ ਤਾਂ ਮੰਨਿਆ ਜਾ ਸਕਦਾ ਹੈ ਵੀ ਇਹਨੂੰ ਅੰਬਾਂ ਦੀ ਆਸ ਨਹੀਂ, ਪਰ ਜਿਹੜਾ ਬੰਦਾ ਅੰਬ ਦਾ ਬੂਟਾ ਫੜ ਕੇ ਅੰਬ ਲਾਉਂਦਾ ਹੈ, ਉਹਨੂੰ ਪਾਣੀ ਪਾਉਂਦਾ ਹੈ, ਉਹਨੂੰ ਗੁਰੂ ਕੇ ਸਵਾਰਿਓ ਫਿਰ ਗੋਡੀ ਕਰਦਾ ਹੈ, ਉਹਦੇ ਬਾਰੇ ਅਸੀਂ ਸੋਚ ਸਕਦੇ ਹਾਂ ਵੀ ਇਹਨੂੰ ਅੰਬਾਂ ਦੀ ਆਸ ਨਹੀਂ। ਇਹ ਨਹੀਂ ਹੋ ਸਕਦਾ, ਇਹ ਔਖਾ ਹੈ। ਪਰ ਧਰਮ ਇਹੀ ਹੈ, ਧਰਮ ਛੱਡਣਾ ਨਹੀਂ, ਕਰਕੇ ਛੱਡਣਾ ਹੈ। ਧਿਆਨ ਦੇਣਾ, ਛੱਡਣਾ ਧਰਮ ਨਹੀਂ। ਸੰਸਾਰ ਨੂੰ ਛੱਡਣਾ ਬਿਲਕੁਲ ਧਰਮ ਨਹੀਂ ਹੈ, ਤਿਆਗਣਾ ਧਰਮ ਨਹੀਂ। ਉਹਨੂੰ ਕਰਕੇ ਪਰਉਪਕਾਰੀ ਹੋ ਹੀ ਹੋ ਸਕਦਾ। ਕਰਮ ਕਰਤ ਹੋਵੇ ਨੇ ਕਰਮ। ਨੇ ਕਰਮ ਦਾ ਮਤਲਬ ਇਹ ਨਹੀਂ ਵੀ ਕਰਮ ਛੱਡ ਦਿੱਤਾ ਹੈ, ਕਰਮ ਪੂਰਾ ਕਰਨਾ ਹੈ, ਇੱਛਾ ਪੂਰੀ ਕਰਨੀ ਹੈ, ਤ੍ਰਿਸ਼ਨਾ ਪੂਰੀ ਕਰਨੀ ਹੈ, ਤ੍ਰਿਸ਼ਨਾ ਕਰਕੇ ਸੰਤੋਖੀ ਰਹਿਣਾ। ਇਹ ਬੜਾ ਔਖਾ ਕੰਮ ਹੈ। ਇਹੀ ਹੈ, ਇਹਦੇ ਤੋਂ ਬਿਨਾ ਕੋਈ ਆਦਮੀ ਪਾਰ ਨਹੀਂ ਜਾ ਸਕਦਾ। ਤ੍ਰਿਸ਼ਨਾ ਛੱਡਣੀ ਨਹੀਂ ਸਕਣੀ। ਲੋਭ ਦਾ ਸਿਰਫ ਮੂੰਹ ਪਰਤਾਉਣਾ ਹੈ, ਪਾਸਾ ਪਲਟ ਦੇਣਾ, ਉਹਦਾ ਦੂਜੇ ਪਾਸੇ ਲੈ ਜਾਣਾ। ਉਹ ਇਹ ਸੰਸਾਰ ਦੀ ਖੇਡ ਦੇ ਵਿੱਚ ਇਸ ਤਰ੍ਹਾਂ ਦਾ ਕੰਮ ਕਰਦਾ ਵੀ ਉਹ ਕੰਮ ਕਰੀ ਜਾਂਦਾ ਪਰ ਕਿਸੇ ਚੀਜ਼ ਵਿੱਚ ਵੱਜਦਾ ਨਹੀਂ, ਕਿਸੇ ਚੀਜ਼ ਦੇ ਨਾਲ। ਇਉਂ ਕਹਿ ਲਵੋ, ਜੇ ਮੈਂ ਉਦਾਹਰਨ ਦਿਆਂ ਤੇ ਜਿਵੇਂ ਨਾਟਕ ਖੇਡ ਰਿਹਾ, ਨਾਟਕ ਤੁਸੀਂ ਵੇਖਿਆ ਹੋਵੇਗਾ ਟੀਵੀ ਵਿੱਚ। ਇਹ ਤੇ ਕਹਿਣ ਦੀ ਪੁੱਛਣ ਦੀ ਲੋੜ ਨਹੀਂ ਵੀ ਨਾਟਕ ਨਾ ਵੇਖਿਆ ਹੋਵੇ, ਇਹ ਪੁੱਛਣਾ ਪੈਂਦਾ ਵੀ ਜਪਜੀ ਸਾਹਿਬ ਕਦੀ ਪੜ੍ਹਿਆ ਕਿ ਨਹੀਂ, ਕਿਉਂਕਿ ਉਹ ਤਾਂ ਕੰਮ ਪੱਕਾ ਹੀ ਹੈ। ਨਾਟਕ ਤੁਸੀਂ ਵੇਖਿਆ ਹੋਵੇਗਾ, ਤੁਸੀਂ ਰਾਮਲੀਲਾ ਵੇਖੀ ਹੋਵੇਗੀ। ਰਾਮਲੀਲਾ ਦੇ ਵਿੱਚ ਇੱਕ ਰਾਵਣ ਬਣਦਾ ਹੈ, ਇੱਕ ਰਾਮਚੰਦਰ ਬਣਦਾ ਹੈ। ਕਹਿੰਦੇ ਨੇ ਰਾਵਣ ਤੇ ਰਾਮਚੰਦਰ ਬੈਠੇ ਸਨ ਪਿਛਲੇ ਪਾਸੇ, ਅਜੇ ਸ਼ੋਅ ਸ਼ੁਰੂ ਹੋਣਾ ਸੀ ਤੇ ਕਿਸੇ ਨੇ ਪਰਦਾ ਖਿੱਚ ਦਿੱਤਾ। ਦੋਵੇਂ ਹੱਸ ਰਹੇ ਸਨ ਆਪਸ ਵਿੱਚ। ਉਹ ਲੋਕ ਕਹਿੰਦੇ ਵੀ ਬਾਹਰ ਤੇ ਆ ਕੇ ਇੱਕ ਦੂਜੇ ਤੇ ਡਾਂਗਾ ਖਿੱਚ ਕੇ ਫਿਰਦੇ ਹੋ ਸਟੇਜ ਤੇ, ਇੱਥੇ ਸਾਨੂੰ ਤੇ ਅੱਜ ਪਤਾ ਲੱਗਾ ਤੁਸੀਂ ਵੀ ਮਿੱਤਰ ਹੋ। ਉਹ ਕਹਿੰਦੇ ਵੀ ਹੁਣ ਮਿੱਤਰ ਤੇ ਨਹੀਂ, ਬਾਹਰ ਤਾਂ ਕਰਨਾ ਹੀ ਪੈਣਾ, ਪਰ ਬੰਦੇ ਤੇ ਉਹੀ ਆ ਨਾ, ਅਸੀਂ ਤੇ ਸਿਰਫ ਸ਼ੋਅ ਕਰਨਾ ਹੈ, ਅਸੀਂ ਇਹ ਨਾਟਕ ਖੇਡਣਾ ਸੀ। ਅਸਲ ਵਿੱਚ ਰਾਮ ਤੇ ਰਾਵਣ ਥੋੜੀ ਆ, ਨਾਟਕ ਖੇਡਣਾ ਸੀ ਤੇ ਰਾਮਲੀਲਾ ਖੇਡਣੀ। ਕਲਗੀਧਰ ਪਾਤਸ਼ਾਹ ਨੇ ਜਦੋਂ ਇੱਕ ਬਾਣੀ ਰਚੀ ਤੇ ਉਸ ਬਾਣੀ ਦਾ ਨਾਮ ਰੱਖਿਆ ਵਚਿੱਤਰ ਨਾਟਕ। ਵਚਿੱਤਰ ਨਾਟਕ ਆ ਇੱਕੋ ਹੀ ਬਾਣੀ ਹੈ ਜਿਹੜੀ ਸਿੱਖ ਕੌਮ ਨੂੰ ਵੱਖਰੇ ਹੋਣ ਦਾ ਮਾਣ ਦਿੰਦੀ, ਜਿਹੜੀ ਕਹਿੰਦੀ ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ। ਉਹਨਾਂ ਦਾ ਜੰਝੂ ਤੇ ਤਿਲਕ, ਸਾਡਾ ਨਹੀਂ। ਇੱਕੋ ਹੀ ਬਾਣੀ ਹੈ। ਤਾਂ ਹੀ ਤੇ ਸਾਡੇ ਸੱਜਣਾ ਦਾ ਜ਼ੋਰ ਲੱਗਾ ਵੀ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ। ਉਹਨਾਂ ਹਿੰਦੂ ਹੀ ਤੇ ਬਣਾਉਣਾ, ਸਾਨੂੰ ਹੋਰ ਕੀ ਕਰਨਾ ਹੈ। ਵੇਖੋ ਕਿਹੜੇ ਤਰੀਕੇ ਨਾਲ ਜਿਹੜੇ ਸ਼ੁੱਧਤਾ ਦਾ ਐਲਾਨ ਕਰਦੇ ਨਾ, ਜਿਹੜੇ ਕਹਿੰਦੇ ਵੀ ਸਿੱਖ ਕੌਮ ਨੂੰ ਅਸੀਂ ਉੱਚਾ ਲਿਜਾਣਾ ਹੈ, ਕ੍ਰਾਂਤੀ ਲਿਆਉਣੀ ਹੈ ਜੀ, ਕਰਮ ਕਾਂਡ ਕੱਢਣੇ ਨੇ। ਉਹ ਕਰਮ ਕਾਂਡ ਕੱਢਣ ਵਾਲਿਆਂ ਦਾ ਤੁਸੀਂ ਨਿਸ਼ਾਨਾ ਵੇਖ ਲਓ। ਕਹਿੰਦੇ ਆ ਬਾਣੀ ਨਹੀਂ ਗੁਰੂ ਦੀ, ਕਿਹੜੀ? ਜਿਹਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਲਿਖੀ ਹੋਈ ਹੈ ਗੁਰੂ ਗੋਬਿੰਦ ਸਿੰਘ ਨੇ, ਤੇ ਜਿਹਦੇ ਵਿੱਚ ਇਹ ਕਲੀਅਰ ਕਰ ਦਿੱਤਾ ਹੈ ਵੀ ਤਿਲਕ ਤੇ ਜੰਝੂ ਸਾਡਾ ਨਹੀਂ, ਤਿਲਕ ਜੰਝੂ ਰਾਖਾ ਪ੍ਰਭ ਤਾਂ ਕਾ। ਉਹਨਾਂ ਦਾ, ਸਾਡਾ ਨਹੀਂ ਹੈ। ਇਹ ਪੰਕਤੀ ਸਾਫ਼ ਕਰ ਦਿੰਦੀ ਹੈ ਕਿ ਸਿੱਖ ਕੌਮ ਦਾ ਆਪਣਾ ਵਜੂਦ ਹੈ। ਪਰ ਹੁਣ ਇਹ ਗਿਆਨ ਸਾਡਾ ਵੇਖੋ, ਨਾਲੇ ਅਸੀਂ ਕਹਿੰਦੇ ਹਾਂ ਅਸੀਂ ਪੰਡਤ ਨਹੀਂ, ਅਸੀਂ ਖਾਲਸੇ ਹਾਂ। ਇਹ ਪਤਾ ਨਹੀਂ ਹੁਣ ਕਿੱਥੋਂ ਖਾਲਸੇ 1699 ਵਾਲੇ ਆਏ ਨੇ ਤੇ ਜਾਂ ਕਿਤੇ ਹੋਣੀ ਬਣੇ ਨੇ 10 ਕੁ ਸਾਲਾਂ ਦੇ, ਕਿਸੇ ਬਣਾ ਦਿੱਤੇ 4 ਦਾਣੇ ਪਾ ਕੇ। ਇਹ ਨਹੀਂ ਸਮਝ ਆਉਂਦੀ। ਉਸ ਬਾਣੀ ਦਾ ਜਿਹੜਾ ਹੈਡਿੰਗ ਜਿਹਦੇ ਉੱਤੇ ਵਾਰ-ਵਾਰ ਸਿੱਖ ਕੌਮ ਨੂੰ ਭਰਮਾਇਆ ਗਿਆ,
ਵੀ ਇਹ ਗੁਰੂ ਕੀ ਬਾਣੀ ਨਹੀਂ। ਉਹਦਾ ਸਿਰਲੇਖ ਹੈ ਬਚਿੱਤਰ ਨਾਟਕ। ਕਹਿੰਦੇ ਕਲਗੀਧਰ ਪਾਤਸ਼ਾਹ ਕਹਿੰਦੇ ਜਿੱਥੇ ਮੈਂ ਆਇਆ ਨਾ, ਆਹ ਧਰਤੀ, ਇਹ ਸਚਾਈ ਨਹੀਂ, ਇਹ ਨਾਟਕ ਹੈ। ਤੇ ਨਾਟਕ ਵਚਿੱਤਰ, ਕਿਉਂਕਿ ਨਾਟਕ ਉਹੀ ਹੁੰਦਾ ਜਿਹਨੂੰ ਵੇਖ ਕੇ ਪਤਾ ਨਾ ਲੱਗੇ ਵੀ ਨਕਲੀਏ, ਅਸਲੀ ਲੱਗੇ। ਲੋਕ ਰੋਣ ਲੱਗ ਪੈਣ ਵੇਖ ਕੇ ਜਾਂ ਹੱਸਣ ਲੱਗ ਪੈਣ, ਪਤਾ ਨਾ ਲੱਗੇ। ਪਰ ਉੱਥੇ ਜਿਹੜੀ ਪਤਨੀ ਹੈ, ਜਿਹੜਾ ਪਤੀ ਹੈ, ਉਹ ਸਾਰੇ ਨਕਲੀ ਨੇ। ਪਤਨੀ ਕਿਤੋਂ ਆਈ ਹੈ, ਪਤੀ ਕਿਤੋਂ ਆਇਆ, ਭਰਾ ਕਿਤੋਂ ਬਣਿਆ, ਸਾਰੇ ਬਾਹਰੋਂ ਖਿੱਚੇ ਗਏ ਨੇ। ਪਾਤਰ ਜਿਹੜੇ ਐਕਟਰ ਨੇ ਉਹ ਖੇਡ ਰਹੇ ਨੇ, ਉਹਨਾਂ ਦਾ ਆਪਸੀ ਸਨੇਹ ਨਾਤਾ ਨਹੀਂ ਅੰਦਰੋਂ, ਉਹ ਬਾਹਰੋਂ ਬਣੇ ਨੇ। ਪਤੀ ਪਤਨੀ ਜਾਂ ਭਰਾ ਭੈਣ ਜਾਂ ਕੁਝ ਵੀ, ਉਹ ਨਾਟਕ ਖੇਡ ਰਹੇ ਨੇ। ਪਰ ਵੇਖਣ ਵਾਲੇ ਨੂੰ ਭੁਲੇਖਾ ਲੱਗਦਾ ਹੈ ਬਈ ਇਹ ਨਾਟਕ ਅਸਲ ਵਿੱਚ। ਤੁਸੀਂ ਲੋਕ ਰੋਂਦੇ ਵੇਖੋਗੇ ਸਿਨੇਮਾ ਹਾਲ ਦੇ ਵਿੱਚ, ਕੋਈ ਘਟਨਾ ਵਾਪਰ ਰਹੀ, ਉੱਥੇ ਕੁਝ ਵੀ ਨਹੀਂ, ਉਹ ਵੈਸੇ ਹੀ ਕਰ ਰਹੇ ਨੇ। ਬਚਿੱਤਰ ਕਲਗੀਧਰ ਪਾਤਸ਼ਾਹ ਕਹਿੰਦੇ, ਹੇ ਅਕਾਲ ਪੁਰਖ, ਆ ਜਿਹੜਾ ਤੂੰ ਨਾਟਕ ਬਣਾਇਆ ਨਾ, ਇਹ ਹੈ ਨਾਟਕ ਹੀ ਹੈ। ਆ ਜਿੰਨੇ ਪਰਿਵਾਰ ਨੇ, ਨਾ ਕਿਸੇ ਦੀ ਕੋਈ ਪਤਨੀ ਹੈ, ਨਾ ਕਿਸੇ ਦਾ ਕੋਈ ਪਤੀ ਹੈ, ਨਾ ਕਿਸੇ ਦਾ ਕੋਈ ਭਰਾ ਹੈ, ਨਾ ਕਿਸੇ ਦੀ ਭੈਣ ਹੈ। ਇਹ ਹੈ ਸਾਰਾ ਨਾਟਕ, ਪਰ ਲੱਗਦਾ ਸੱਚ ਹੈ। ਕਿਸੇ ਨੂੰ ਨਹੀਂ ਪਤਾ ਲੱਗਦਾ ਵੀ ਅਸਲ ਵਿੱਚ ਨਹੀਂ, ਇਹ ਕਿਸੇ ਦਾ ਕੁਝ ਵੀ ਨਹੀਂ ਹੈ। ਇਹ ਡੋਜ਼ ਥੋੜੀ ਜਿਹੀ ਸਖਤ, ਇਸ ਕਰਕੇ ਹੁਣ ਸਾਡੇ ਬੰਦੇ ਇਹਨੂੰ ਦਿੰਦੇ ਵੀ ਨਹੀਂ। ਉਹ ਕਹਿੰਦੇ ਵੀ ਜਿਹੜੇ 4 ਬੰਦੇ ਆਉਂਦੇ, ਕਹਿੰਦੇ ਉਹ ਵੀ ਜਾਂਦੇ ਰਹਿਣ, ਜੇ ਕਹੀਏ ਵੀ ਝੂਠਾ ਸੰਸਾਰ ਨਾਟਕ ਹੈ। ਉਹ ਕਹਿੰਦੇ ਕੰਮ ਤਾਂ ਚਲਾਓ ਕੋਈ 4 ਬੰਦੇ, ਕਿਉਂਕਿ ਹਿੰਮਤ ਹੋਵੇ ਤਾਂ ਹੀ। ਪਰ ਪੁਲਾਂ ਥੱਲੇ ਪਾਣੀ ਲੰਘਣਾ, ਹੋਰ ਕੋਈ ਰਾਹ ਨਹੀਂ। ਇਹਦੇ ਤੋਂ ਬਿਨਾਂ ਧਰਮ ਦੀ ਸਮਝ ਨਹੀਂ ਆਉਣੀ। ਨਾਮ ਦੇ ਅਖੀਰਲੇ ਅੱਖਰ ਜਿਹੜੇ ਨੇ ਮੌਤ ਨੇ, ਨਾਮ ਦੇ ਅਖੀਰਲੇ ਅੱਖਰ। ਨਾਮ ਤ੍ਰਿਸ਼ਨਾ ਨੂੰ ਵਧਾਉਣ ਵਾਲੀ ਚੀਜ਼ ਦਾ ਨਾਂ ਨਹੀਂ। ਇਹ ਤੇ ਹੁਣ ਮੈਂ ਫਿਰ ਬੇਨਤੀ ਕਰਦੇ ਹਾਂ ਵੀ ਹੁਣ ਲੋਕ ਇਕੱਠੇ ਕਰਨ ਵਾਸਤੇ ਲਾਲਚ ਦੇਣਾ ਹੀ ਪੈਂਦਾ ਹੈ। ਜੇ ਆਹ ਤੁਸੀਂ ਇੰਨੇ ਪਾਠ ਕਰੋ, ਇੰਨੀਆਂ ਪੈਨਸਲਾਂ ਦਿਆਂਗੇ, ਚੱਲਿਆ ਨਾ ਪਿੱਛੇ ਪੰਜਾਬ ਵਿੱਚ ਕੰਮ, ਇੰਨੀਆਂ ਕਾਪੀਆਂ ਦਿਆਂਗੇ, ਇੰਨੀਆਂ ਪੈਨਸਲਾਂ, ਕਿਸੇ ਨੂੰ ਮੋਟਰਸਾਈਕਲ ਇਨਾਮ ਮਿਲੇਗੀ, ਕੀ ਕਰੇ ਬੰਦਾ? ਹੁਣ ਕੰਮ ਜੂ ਕਮਜ਼ੋਰ ਹੋ ਗਿਆ। ਨਹੀਂ ਤੇ ਇਸ ਮਾਰਗ ਤੇ ਹਜ਼ੂਰ ਕਹਿੰਦੇ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਜੋ ਤੋ ਪ੍ਰੇਮ ਜੋ ਤੋ ਪ੍ਰੇਮ ਖਿਲਣ ਕਾ ਚਾਓ, ਜੋ ਤੋ ਪ੍ਰੇਮ ਖਿਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰ ਤਲੀ ਗਲੀ ਮੇਰੀ ਆਓ, ਸਿਰ ਧਰੀ ਗਲੀ ਮੇਰੀ ਆਓ। ਕਹਿੰਦੇ ਸਿਰ ਦੇ ਫਿਰ ਮਿਲੇਗਾ ਕੀ ਜੀ? ਕਹਿੰਦੇ ਤੈਨੂੰ ਉਹ ਜਿਉਂਦਾ ਜੀਵਨ ਦਿਆਂਗਾ ਫਿਰ ਜਿਹਦੀ ਮੌਤ ਨਹੀਂ ਹੋਵੇਗੀ। ਇਹ ਥੋੜਾ ਜਿਹਾ ਲੋਭ ਹੈ। ਜਦੋਂ ਇਹ ਗੱਲ ਕਰੀਏ ਫਿਰ ਥੋੜਾ ਜਿਹਾ ਮਨ ਕਹਿੰਦਾ ਵੀ ਠੀਕ ਹੈ, ਕਰਨੇ ਆ ਕੁਝ, ਕਿਉਂਕਿ ਫਿਰ ਜਿਉਂਦੇ ਰਹਿ ਲਾਂਗੇ। ਜੀਵਨ ਇੱਥੇ ਅੜ ਗਿਆ ਬਸ। ਇਹ ਬੁਝਾਰਤ ਹੈ, ਇੱਥੇ ਹੀ ਇੱਕ ਮੋੜ ਹੈ ਜਿੱਥੇ ਆਦਮੀ ਭਟਕ ਜਾਂਦਾ ਹੈ। ਜੇ ਜਿਉਣਾ ਹੈ ਤੇ ਮਰਨਾ ਪਏਗਾ, ਜੇ ਮਰਦੇ ਰਹਿਣਾ ਤੇ ਜਿਉਣ ਦੀ ਆਸ ਰੱਖਣੀ ਪਏਗੀ। ਵਾਰ-ਵਾਰ ਆਦਮੀ ਇੱਕੋ ਹੀ ਤੇ ਕੰਮ ਕਰ ਰਿਹਾ ਬਸ ਸਾਰੀ ਉਮਰ। ਕੀ ਕਰਨੇ ਅਸੀਂ? ਮਰਨ ਤੋਂ ਬਚਣ ਦੇ ਉਪਾਅ ਕਰਦੇ ਰਹਿੰਦੇ ਸਾਰੀ ਉਮਰ। ਉਹ ਫਿਰ ਹੋ ਜਾਂਦਾ, ਉਹ ਫਿਰ ਹੋ ਜਾਂਦਾ। ਜਿਸ ਨੇ ਇਸ ਚੀਜ਼ ਨੂੰ ਸਮਝ ਲਿਆ ਕਿ ਖਤਮ ਹੋਣਾ ਪੈਦਾ ਹੋਣਾ ਹੈ, ਅਸਲ ਵਿੱਚ ਕਹਾਣੀ ਕੀ ਹੈ, ਸਚਾਈ ਕੀ ਹੈ। ਜਦੋਂ ਬੱਚਾ ਜਨਮ ਲੈਂਦਾ ਹੈ ਨਾ, ਬੱਚਾ ਰੋਂਦਾ ਕਿਉਂ ਹੈ? ਕਈ ਕਾਰਨ ਨੇ ਉਹਦੇ। ਇੱਕ ਤੇ ਉਹਦੀ ਲਿਵ ਟੁੱਟਦੀ ਹੈ, ਇੱਕ ਉਹਦਾ ਹੋਰ ਕਾਰਨ ਹੈ, ਉਹ ਜਿੱਥੇ 10 ਮਹੀਨੇ ਰਿਹਾ ਹੈ ਉੱਥੇ ਉਹਦੀ ਪੂਰੀ ਦੁਨੀਆ ਹੈ। ਉੱਥੇ ਉਹ ਇਸ ਤਰ੍ਹਾਂ ਰਹਿ ਰਿਹਾ ਜਿੱਥੇ ਹੁਣ ਅਸੀਂ ਰਹਿ ਰਹੇ ਹਾਂ। ਜਿਵੇਂ ਅੱਜ ਜਿੱਥੇ ਰਹਿ ਰਹੇ ਹਾਂ ਸਾਨੂੰ ਲੱਗਦਾ ਨਾ ਵੀ ਬਿਲਕੁਲ ਇੱਥੇ ਤੇ ਬਸ ਮਜ਼ਾ ਪੂਰਾ। ਇਹ ਹੈ ਸਾਡਾ ਘਰ, ਇਹ ਹੈ ਸਾਡਾ ਪਰਿਵਾਰ। ਇਹਨੂੰ ਛੱਡਣ ਨੂੰ ਮਨ ਤਿਆਰ ਨਹੀਂ। ਤੇ ਬੱਚਾ ਜਿੱਥੇ 10 ਮਹੀਨੇ ਰਹਿੰਦਾ ਨਾ, ਉੱਥੇ ਉਹਦਾ ਸੰਸਾਰ ਹੈ ਪੂਰਾ, ਉਹਦੇ ਨਾਲ ਮੋਹ ਪਾ ਲੈਂਦਾ। ਜਦੋਂ ਉੱਥੋਂ ਉਹਨੂੰ ਕੁਦਰਤ ਕੱਢਦੀ ਹੈ ਤੇ ਉਹ ਸੋਚਦਾ ਮਰ ਗਿਆ, ਬਸ ਮੌਤ ਹੋ ਗਈ। ਜੇ ਬੱਚੇ ਦੀ ਅੰਦਰਲੀ ਭਾਸ਼ਾ ਪੜ੍ਹੀ ਜਾਏ ਤੇ ਜਨਮ ਦੇ ਸਮੇਂ ਉਹਨੂੰ ਮੌਤ ਪ੍ਰਤੀਤ ਹੁੰਦੀ ਹੈ, ਮੇਰੀ ਮੌਤ ਆ ਰਹੀ ਹੈ। ਪਰ ਹਰ ਇੱਕ ਮੌਤ ਜਨਮ ਨੂੰ ਸ਼ੁਰੂਆਤ ਦਿੰਦੀ ਹੈ। ਇੱਧਰ ਜਨਮ ਸ਼ੁਰੂ ਹੋ ਗਿਆ, ਉੱਧਰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ। ਹੁਣ ਜਿੱਥੇ ਅਸੀਂ ਹੁਣ ਜੀ ਰਹੇ ਹਾਂ
ਇੱਥੇ ਜੀ ਰਹੇ ਹਾਂ, ਕੁਦਰਤ ਤਿਆਰੀ ਕਰ ਰਹੀ ਹੈ ਵੀ ਇਹਨੂੰ ਅੱਗੇ ਜਨਮ ਦੇਣਾ ਹੈ, ਉਹਨੂੰ ਫਿਰ ਅਸੀਂ ਮੌਤ ਕਹਿਣਾ। ਕੁਦਰਤ ਤਿਆਰੀ ਕਰ ਰਹੀ ਸਾਡੇ ਵਾਸਤੇ ਵੀ ਇਹਦਾ ਜਿੱਦਣ ਇਹ ਪੂਰਾ ਹੋ ਗਿਆ ਗਰਭਕਾਲ ਇੱਥੇ ਰਹਿਣ ਦਾ ਸਮਾਂ, ਇਹਨੂੰ ਇੱਥੋਂ ਅੱਗੇ ਲੈ ਜਾਣਾ ਹੋਰ ਕਿਤੇ। ਇਹ ਚੀਜ਼ ਛੱਡ ਦੇਣੀ, ਜਿਵੇਂ ਬੱਚੇ ਦਾ ਉਹ ਸਾਰਾ ਖਾਣਾ ਪੀਣਾ ਖਤਮ ਹੋ ਜਾਂਦਾ, ਜਿਹੜਾ ਕਨੈਕਸ਼ਨ ਹੁੰਦਾ ਮਾਂ ਦੀ ਧੁਨੀ ਦੇ ਨਾਲ ਸਾਰਾ ਕੁਝ, ਉਹ ਨਾੜੀਆਂ ਸਾਰੀਆਂ ਟੁੱਟ ਜਾਂਦੀਆਂ ਉਹਦੀਆਂ, ਕਨੈਕਸ਼ਨ ਖਤਮ ਹੋ ਜਾਂਦੇ ਨੇ। ਨਵੀਂ ਦੁਨੀਆ, ਨਵਾਂ ਸੰਸਾਰ, ਨਵੀਂ ਹਵਾ, ਸਭ ਕੁਝ ਨਵਾਂ। ਇੱਥੋਂ ਜਿੱਦਣ ਅੱਗੇ ਜਨਮ ਦੇਣਾ ਉਦਣ ਅਸੀਂ ਉਹਨੂੰ ਮੌਤ ਕਹਿ ਦੇਣਾ। ਮੌਤ ਸਿਰਫ ਇਹ ਧੁੱਪ ਤੇ ਛਾਂ ਦੀ ਖੇਡ, ਇਹਦੇ ਦੁਆਲੇ ਆਦਮੀ ਭੱਜਿਆ। ਇਸੇ ਕਰਕੇ ਸਤਿਗੁਰੂ ਨੇ ਕਿਹਾ ਨਾਟਕ। ਇਹ ਵਚਿੱਤਰ ਨਾਟਕ ਤਾਂ ਹੈ ਵੀ ਹੈਰਾਨ ਕਰ ਦਿੰਦਾ, ਵੀ ਇਹਦਾ ਪਤਾ ਹੀ ਨਹੀਂ ਲੱਗਦਾ ਐਸੀ ਖੇਡ ਉਹਨੇ ਰਚਾਈ ਏ। ਤੇ ਸਤਿਗੁਰੂ ਖੁਦ ਇਸ ਬਾਣੀ ਦੇ ਵਿੱਚ ਇਹਨੂੰ ਫਿਰ ਤਮਾਸ਼ਾ ਇਸ ਢੰਗ ਦੇ ਨਾਲ ਕਹਿੰਦੇ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦੇਖਣ ਆਇਓ ਜਗਤ ਤਮਾਸ਼ਾ, ਦੇਖਣ ਆਇਓ ਜਗਤ ਤਮਾਸ਼ਾ, ਦੇਖਣ ਆਇਓ ਜਗਤ ਤਮਾਸ਼ਾ, ਦੇਖਣ ਆਇਓ ਜਗਤ ਤਮਾਸ਼ਾ। ਮੈਂ ਹੂੰ ਪਰਮ ਪੁਰਖ ਕੋ ਦਾਸਾ, ਮੈਂ ਹੂੰ ਪਰਮ ਪੁਰਖ ਕੋ ਦਾਸਾ। ਕਲਗੀਧਰ ਪਾਤਸ਼ਾਹ ਦੇ ਜੀਵਨ ਵਿੱਚ ਇੱਕ ਘਟਨਾ ਜਿਹੜੀ ਲੁਕੀ ਹੋਈ, ਆਮ ਪ੍ਰਚਲਿਤ ਨਹੀਂ। ਕਹਿੰਦੇ ਨੇ ਇੱਕ ਪਰਮਾਰਥ ਦਾ ਖੋਜੀ ਅਮੀਰ ਆਦਮੀ ਸਤਿਗੁਰਾਂ ਕੋਲ ਆਇਆ, ਨਾਲ ਉਹਦੇ ਲਾਓ ਲਸ਼ਕਰ ਚੌਧਰੀ ਸੀ ਬਹੁਤ ਵੱਡਾ, ਮਾਇਆ ਦੀ ਕੋਈ ਕਮੀ ਨਹੀਂ, ਧਨ ਬੜਾ। ਪਰ ਕਿਸੇ ਨੇ ਕਿਹਾ, ਕਈ ਵਾਰੀ ਅਮੀਰ ਬੰਦਿਆਂ ਨੂੰ ਵੀ ਧਰਮ ਦੀ ਖੋਜ ਹੁੰਦੀ ਹੈ, ਪੁਰਾਣੇ ਭਾਗ ਹੁੰਦੇ ਅੰਦਰ। ਉਹ ਖੋਜੀ ਸੀ। ਕਿਸੇ ਕਿਹਾ ਵੀ ਜਾ ਆਨੰਦਪੁਰ ਵਾਲੇ ਗੁਰੂ ਕੋਲ, ਉਹ ਤੈਨੂੰ ਦੱਸ ਦੇਣਗੇ ਵੀ ਕਿਵੇਂ ਜੁੜੀ ਦਾ ਰੱਬ ਦੇ ਨਾਲ, ਸਾਂਝ ਕਿਵੇਂ ਪਾਈ ਦੀ। ਆ ਗਿਆ, ਨਾਲ ਲਾਓ ਲਸ਼ਕਰ ਸੀ, ਨੌਕਰ ਚਾਕਰ ਸਨ, ਬੜੇ ਵੱਡੇ ਇਲਾਕੇ ਦਾ ਮਾਲਕ, ਮਾਇਆ ਦੀ ਕਮੀ ਨਹੀਂ, ਪਰ ਭਾਗਾਂ ਵਾਲਾ ਸੀ, ਖੋਜ ਸੀ ਅਕਾਲ ਪੁਰਖ ਵਾਹਿਗੁਰੂ। ਜਦੋਂ ਆਇਆ ਨਾਲ ਪਰਿਵਾਰ, ਰਾਣੀਆਂ, ਰਿਸ਼ਤੇਦਾਰ, ਕਈ ਕੁਝ ਲੈ ਕੇ ਆਇਆ। ਹਜ਼ੂਰ ਦਾ ਅੱਗੇ ਦਰਬਾਰ ਲੱਗਾ ਹੋਇਆ ਤੇ ਸਤਿਗੁਰਾਂ ਦੀ ਚੜ੍ਹਦੀ ਕਲਾ। ਵੈਸੇ ਵੀ ਉਹਨਾਂ ਦੀ ਉਮਰ 42 ਸਾਲ ਤੱਕ ਰਹੀ, ਸਿਰਫ ਚੜ੍ਹਦੀ ਜਵਾਨੀ ਸੀ ਤੇ ਸੁੰਦਰਤਾ ਦਾ ਕੋਈ ਅੰਤ ਨਹੀਂ ਸੀ। ਲਾਓ ਲਸ਼ਕਰ ਨਾਲ, ਸੂਰਮੇ ਸਜੇ ਹੋਏ, ਕਲਗੀ ਲੱਗੀ ਹੋਈ, ਪ੍ਰਸ਼ਾਦੀ ਹਾਥੀ। ਜਦੋਂ ਸਾਰਾ ਕੁਝ ਵੇਖਿਆ ਤੇ ਗੁਰੂ ਕੇ ਸਵਾਰਿਓ, ਕੁਦਰਤੀ ਤੌਰ ਤੇ ਮਨੁੱਖੀ ਜੀਵਨ ਦੀ ਇੱਕ ਬਹੁਤ ਵੱਡੀ ਕਮਜ਼ੋਰੀ, ਉਹਨੂੰ ਕਹਿੰਦੇ ਸ਼ੱਕ ਪੈ ਜਾਣਾ। ਵਿਸ਼ਵਾਸ ਕਰਨ ਵਾਸਤੇ ਬੜਾ ਟਾਈਮ ਲੱਗਦਾ, ਭਰੋਸਾ ਪੈਦਾ ਕਰਨ ਲਈ ਬਹੁਤ ਟਾਈਮ ਲੱਗੇਗਾ। ਜਿਵੇਂ ਕੋਈ ਜ਼ਿਮੀਂਦਾਰ ਖੇਤ ਨੂੰ ਪਾਣੀ ਲਾਉਂਦਾ ਹੈ ਤੇ ਵੱਟ ਬਣਾਉਣ ਲੱਗਿਆਂ ਬੜਾ ਟਾਈਮ ਲੱਗਦਾ, ਪਰ ਜੇ ਸੁਰਾਖ ਥੋੜਾ ਜਿਹਾ ਹੋ ਗਿਆ ਤੇ ਪਾਣੀ 1 ਮਿੰਟ ਵਿੱਚ ਰੋੜ ਕੇ ਰੱਖ ਦਿੰਦਾ ਸਾਰੇ ਕੁਝ। ਵਿਸ਼ਵਾਸ ਕੱਚੀ ਵੱਟ ਹੈ ਅਸਲ ਵਿੱਚ। ਉਹ ਵਿਸ਼ਵਾਸ ਜਿਹੜਾ, ਉਹਨੂੰ ਇੱਕ ਚੋਟ ਲੱਗੀ ਅੰਦਰੋਂ। ਕਹਿੰਦਾ ਗੁਰੂ ਕੋਲ ਆਏ ਸੀ ਰੱਬ ਨੂੰ ਮਿਲਣ ਦੀ ਗੱਲ, ਇੱਥੇ ਗੁਰੂ ਤੇ ਐਸ਼ ਵਿੱਚ ਪਏ ਹੋਏ ਨੇ, ਕਲਗੀਆਂ ਲੱਗੀਆਂ ਨੇ, ਚੌਹਾਂ ਪਾਸੇ ਚਮਕਦਾ ਸਾਰਾ ਕੁਝ। ਇਹੋ ਜਿਹੇ ਕੱਪੜੇ ਤੇ ਮੈਂ ਕਰੋੜਪਤੀਆਂ ਦੇ ਪਾਏ ਵੀ ਨਹੀਂ ਵੇਖੇ। ਸ਼ੱਕ ਪੈ ਗਿਆ, ਕਿਉਂਕਿ ਗੁਰੂ ਨੂੰ ਉਹ ਹੀ ਵੇਖ ਸਕਦਾ ਹੈ ਜਿਹੜਾ ਗੁਰੂ ਕੋਲੋਂ ਅੱਖ ਲਵੇ। ਐਸ ਅੱਖ ਨਾਲ ਗੁਰੂ ਨਹੀਂ ਦਿਸਦਾ। ਅਜੇ ਸਾਨੂੰ ਗੁਰੂ ਗ੍ਰੰਥ ਸਾਹਿਬ ਦਿਸੇ ਨਹੀਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਕੋਲ ਇੱਕ ਅੱਖ ਹੈ। ਸਿੱਖ ਅਰਦਾਸ ਕਰਦਾ ਰਹੇ ਵੀ ਉਹ ਅੱਖ ਦਿਓ ਜਿਹਦੇ ਨਾਲ ਤੁਸੀਂ ਦਿਸੋ ਮੈਨੂੰ। ਅਜੇ ਨਹੀਂ ਦਿਸੇ ਹੋ, ਅਜੇ ਤਾਂ ਰੁਮਾਲੇ ਦਿਸੇ ਨੇ, ਅਜੇ ਤੇ ਬਾਹਰੋਂ ਦਿਸਿਆ। ਜਿੱਦਣ ਦਿਸੇਗਾ ਉਦਣ ਮੱਥਾ ਟੇਕਣ ਦਾ ਤਰੀਕਾ ਹੋਰ ਹੋਵੇਗਾ। ਇਹ ਵੀ ਚੰਗਾ ਹੈ, ਇਸ ਤਰ੍ਹਾਂ ਵੀ ਨਮਸਕਾਰ। ਫਿਰ ਇੱਥੇ ਆਉਣ ਲੱਗਿਆਂ ਕਦਮ ਜਿਹੜੇ ਨੇ ਉਹਦੇ ਤਸੀਰ ਬਦਲ ਜਾਏਗੀ ਸਿੱਖ ਦੀ। ਆਇਆ, ਬੈਠਾ, ਸਤਿਗੁਰਾਂ ਨੂੰ ਨਮਸਕਾਰ ਕੀਤੀ, ਪਰ ਸ਼ੱਕ ਪੈ ਗਿਆ ਵੀ ਇੱਥੇ ਕਿੱਥੇ ਪਰਮਾਰਥ, ਇਹ ਤਾਂ ਸਾਰਾ ਕੁਝ ਰੰਗ ਰੋਗਣ ਲੱਗਦਾ ਬਹੁਤ ਕੁਝ। ਇੱਕ ਦਿਨ ਰਿਹਾ ਤੇ ਅਗਲੇ ਦਿਨ ਇਜਾਜ਼ਤ ਮੰਗੀ, ਮੈਂ ਜਾਣਾ ਚਾਹੁੰਦਾ। ਹਜ਼ੂਰ ਅੰਤਰਜਾਮੀ ਪਾਤਸ਼ਾਹ ਜੀ ਨੇ ਜਾਣ ਲਿਆ ਵੀ ਇਹਦੇ ਮਨ ਵਿੱਚ ਸ਼ੰਕਾ ਪੈ ਗਿਆ
ਤੇ ਸ਼ੰਕਾ ਐਸੀ ਚੀਜ਼ ਹੈ, ਇਸ ਘਰ ਦੇ ਵਿੱਚ ਜੇ ਸ਼ੱਕ ਲੈ ਕੇ ਚਲਾ ਗਿਆ ਪਤਾ ਨਹੀਂ ਕਿੰਨੇ ਜਨਮਾਂ ਤੱਕ ਭਟਕ ਜਾਏਗਾ। ਇਸ ਕਰਕੇ ਸਤਿਗੁਰੂ ਨੇ ਕਿਹਾ, ਰਾਜਨ ਇੰਨੀ ਦੂਰੋਂ ਆਏ ਹੋ, 4 ਦਿਨ ਰਹੋ ਫਿਰ ਚਲੇ ਜਾਣਾ, ਕਾਹਲ ਕਾਹਦੀ ਏ। ਕਹਿਣ ਲੱਗਾ, ਨਹੀਂ ਕੰਮ ਬਹੁਤ ਏ, ਪਿੱਛੇ ਮੁੜਨਾ ਜ਼ਰੂਰ। ਤੇ ਸਤਿਗੁਰੂ ਨੇ ਵੇਖ ਲਿਆ ਭਲਾ ਕਰਨਾ ਸੀ। ਇੱਕ ਐਸੀ ਦਵਾਈ ਹੈ ਗੁਰੂ ਕੋਲ, ਮੈਂ ਪਿੱਛੇ ਵੀ ਹੁਣੇ ਬੇਨਤੀ ਕਰਕੇ ਆਇਆ, ਗੁਰੂ ਕੋਲ ਇੱਕ ਦਵਾਈ ਹੈ ਮੌਤ, ਮੌਤ ਦੀ ਯਾਦ। ਉਹਦੇ ਤੋਂ ਬਿਨਾਂ ਸ਼ੁੱਧਤਾ ਨਹੀਂ ਆਵੇਗੀ ਜੀਵਨ ਦੀ। ਜਿੰਨਾ ਚਿਰ ਉਹ ਹੀ ਨਾ ਸਾਹਮਣੇ ਹੋਵੇ, ਉਹਦੇ ਤੋਂ ਘੱਟ ਬੰਦਾ ਕਦੀ ਜਾਗੇਗਾ ਹੀ ਨਹੀਂ। ਉਹੀ ਤੇ ਚੀਜ਼ ਹੈ ਜਿਹੜੀ ਤੋੜਦੀ ਇਹਨੂੰ। ਇਹ ਚੀਜ਼ਾਂ ਕੁਝ ਸਹਿਜ ਸੁਭਾਅ ਖਤਮ ਹੋ ਜਾਂਦੀਆਂ ਨੇ ਮੌਤ ਸਾਹਮਣੇ ਹੋਵੇ। ਸਤਿਗੁਰੂ ਨੇ ਵੇਖਿਆ ਹੁਣ ਆਇਆ ਤੇ ਹੈ, ਇੱਕੋ ਹੀ ਦਵਾਈ ਇਹਦੀ, ਹੋਰ ਤੇ ਦਵਾਈ ਇਹਨੂੰ ਕੰਮ ਹੀ ਨਹੀਂ ਕਰਨੀ। ਖੋਜੀ ਤੇ ਪਹਿਲੇ ਹੈ, ਗਿਆਨ ਤੇ ਪਹਿਲੇ ਹੀ ਬੜਾ ਹੈ, ਕਥਾਵਾਂ ਤੇ ਇਹਨੇ ਪਹਿਲੇ ਬੜੀਆਂ ਸੁਣੀਆਂ ਨੇ, ਇਹਨੇ ਸਮਝਣਾ ਨਹੀਂ ਕਿਸੇ ਗੱਲ ਦੇ ਨਾਲ। ਹਜ਼ੂਰ ਨੇ ਫਿਰ ਅਖੀਰਲਾ ਤੀਰ ਮਾਰਿਆ, ਕਹਿਣ ਲੱਗੇ, ਰਾਜਨ ਚਲੋ ਮੈਂ ਤੇ ਚਾਹੁੰਦਾ ਸੀ ਮੇਰੇ ਕੋਲ 4 ਦਿਨ ਰਹਿ ਜਾਂਦੇ। ਕਹਿਣ ਲੱਗਾ, ਨਹੀਂ ਜਾਣਾ। ਕਹਿੰਦੇ ਚਲੋ ਜਾਣਾ ਤੇ ਚਲੇ ਜਾਓ, 7 ਦਿਨਾਂ ਵਿੱਚ ਤੁਹਾਡੀ ਮੌਤ ਹੋ ਜਾਣੀ। ਜਦੋਂ ਮੌਤ ਸ਼ਬਦ ਸੁਣਿਆ ਤੇ 7 ਦਿਨ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ। ਇੱਕਦਮ ਅੱਖਾਂ ਦੇ ਅੱਗੇ ਹਨੇਰਾ ਆ ਗਿਆ ਵੀ ਮੌਤ ਇੱਕਦਮ ਸੰਸਾਰ ਛੁੱਟਿਆ। ਇਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ ਦੀ ਅਵਸਥਾ। ਪਹਿਲਾਂ ਇੱਥੋਂ ਲੰਘੇਗਾ ਉਹ, ਸੌਖਾ ਨਹੀਂ ਐਵੇਂ ਇਹ ਕਹਿ ਦੇਣਾ ਤੇ ਸੌਖਾ ਵੀ ਉਹਦਾ ਦਰਗਾਹ ਵਿੱਚ ਕਿਆ ਹੋਇਆ ਚੱਲਦਾ, ਪਰ ਜਦੋਂ ਇਸ ਪੁਲ ਦੇ ਥੱਲੇ ਲੰਘਦਾ ਉਦੋਂ ਪਤਾ ਲੱਗਦਾ। ਕਹਿੰਦੇ 7 ਦਿਨਾਂ ਵਿੱਚ। ਹਜ਼ੂਰ ਨੇ ਕਿਹਾ, ਹਾਂ ਭੇਦ ਸੀ ਗੱਲ ਵਿੱਚ। ਸੋਚਿਆ ਗੁਰੂ ਤੇ ਭਵਿੱਖਬਾਣੀ ਕਰਦੀ ਨਹੀਂ, ਗੁਰੂ ਤੇ ਦੇ ਖਿਲਾਫ ਨੇ, ਪਰ ਇਹ ਕੀ ਹੋਇਆ 7 ਦਿਨ। ਕਹਿੰਦੇ ਹਾਂ ਤੁਹਾਡੇ ਵਾਸਤੇ ਕਹਿ ਦਿੱਤਾ, ਉਹ ਤਾਂ ਅਸੀਂ ਦੱਸਦੇ ਨਹੀਂ ਕਿਸੇ ਨੂੰ। 7 ਦਿਨਾਂ ਵਿੱਚ ਤੁਸੀਂ ਮਰੋਗੇ, ਪੂਰੀ ਤਰ੍ਹਾਂ ਠੋਕ ਕੇ ਕਹਿ ਦਿੱਤਾ। ਚਲਾ ਗਿਆ ਕਿਸੇ ਤਰ੍ਹਾਂ। ਜਦੋਂ ਪਹਿਲਾਂ ਆਇਆ ਸੀ ਤੇ ਨਾਲ ਸਾਰੇ ਦਿਸਦੇ ਸਨ ਬਈ ਆਹ ਮੇਰਾ ਪੁੱਤਰ ਹੈ, ਆਹ ਮੇਰੀਆਂ ਰਾਣੀਆਂ ਨੇ, ਆਹ ਮੇਰੇ ਨੌਕਰ ਨੇ। ਤੁਰਿਆ ਜਾਂਦਾ ਨਾਲ ਦਿਸਦਾ ਹੀ ਕੋਈ ਨਹੀਂ ਹੈ ਵੀ ਇਹ ਕਿ ਨਹੀਂ, ਪੈਰ ਕੰਬਦੇ ਨੇ। ਉਹ ਹੈ ਅਵਸਥਾ ਵਿਰਾਗ ਦੀ, ਉਹਦੇ ਵਿੱਚੋਂ ਲੰਘੇਗਾ ਜੀਵਨ। ਇਹ ਕੋਈ ਸੌਖਾ ਨਹੀਂ, ਕਥਾ ਕਹਾਣੀਆਂ ਗਿਆਨ ਦੀਆਂ ਗੱਲਾਂ ਇਕੱਲੀਆਂ ਨਹੀਂ। ਜਦੋਂ ਤੁਰਿਆ ਜਾਂਦਾ ਸਾਧ ਸੰਗਤ ਦਿਸਦਾ ਕੁਝ ਨਹੀਂ। ਜਾ ਕੇ ਕਮਰੇ ਵਿੱਚ ਬੈਠਾ, ਨੌਕਰਾਂ ਨੇ ਚਾਹ ਪਾਣੀ ਛਕਾਇਆ, ਥੋੜਾ ਜਿਹਾ ਟਿਕਾ, ਪਰ 7 ਦਿਨ ਸਾਹਮਣੇ ਖੜੇ ਨੇ। 7 ਦਿਨ ਸਿਰਫ, ਕਮਾਲ ਹੋ ਗਈ। ਸਰੀਰ ਵੀ ਨਹੀਂ ਲੱਗਦਾ ਵੀ ਮੇਰੇ ਨਾਲ ਹੈ, ਕਿਉਂਕਿ ਹੁਣ ਗੱਲ ਨੇੜੇ ਦਿਸਣ ਲੱਗ ਪਈ। ਗੁਰੂ ਵੈਦ ਹੈ, ਉਹਨੇ ਅਖੀਰਲੀ ਦਵਾਈ ਦੇ ਦਿੱਤੀ ਵੀ ਚਲਾ ਜਾਏਗਾ ਇਸ ਤਰ੍ਹਾਂ ਸ਼ੰਕੇ ਵਿੱਚ। ਅੰਦਰੋਂ ਆਵਾਜ਼ ਆਈ, ਮਣਾ ਹੁਣ ਗੁਰੂ ਭਾਵੇਂ ਪੂਰਾ ਹੈ ਤੇ ਭਾਵੇਂ ਅਧੂਰਾ ਹੈ। 7 ਦਿਨਾਂ ਵਿੱਚ ਹੋਰ ਕਿਹੜਾ ਕੋਈ ਲੱਭਣਾ ਜਿਹਨੇ ਬਚਾ ਲੈਣਾ। ਚੱਲ ਜੋ ਕੁਝ ਵੀ ਹੋਇਆ ਹੁਣ ਇਹਦੇ ਕੋਲ ਹੀ ਰਹੋ, ਟਾਈਮ ਤੇ ਥੋੜਾ ਰਹਿ ਗਿਆ, ਇੱਥੇ ਰਹਿ ਜਾਈਏ। ਡੁੱਬੇ ਤੇ ਹੈ ਹੀ ਆ, ਜੇ ਕੁਝ ਹੋਇਆ ਇਹਦੇ ਕੋਲ ਤੇ ਬਚਾ ਲੈਗਾ, ਨਹੀਂ ਤੇ ਡੁੱਬੇ ਤੇ ਹੈ ਹੀ ਆ। ਦਿਨ ਹੀ 7 ਰਹਿ ਗਿਆ। ਦੂਜੇ ਦਿਨ ਹਜ਼ੂਰ ਨੂੰ ਫਿਰ ਮਿਲਣ ਆਇਆ। ਕਹਿੰਦੇ ਕੀ ਗੱਲ ਗਏ ਨਹੀਂ? ਕਹਿੰਦੇ ਸੋਚਿਆ ਹੁਣ ਦਿਨ ਤੇ 7 ਰਹਿ ਗਏ, ਭੱਜ ਕੇ ਜਾਣਾ ਕਿੱਥੇ ਹੈ? ਆਹ ਤੁਹਾਡੇ ਖਾਤੇ ਪੈ ਗਿਆ, ਵੇਖ ਲਓ ਜਿਵੇਂ ਕਰਨਾ। ਕਹਿੰਦੇ ਕੋਈ ਗੱਲ ਨਹੀਂ, ਸਤਿਗੁਰੂ ਨੇ ਕਿਹਾ ਤੂੰ ਰਹੋ, ਫਿਕਰ ਨਾ ਕਰ, ਅਸੀਂ ਗੱਲ ਕਰਨੇ ਆ, ਸ਼ਾਇਦ ਹੋ ਜਾਏ ਕੰਮ। ਥੋੜਾ ਜਿਹਾ ਭਰੋਸਾ ਵੱਜ ਗਿਆ। 7 ਦਿਨ ਰਿਹਾ। ਸਾਧ ਸੰਗਤ ਜੀ ਪਰਿਵਾਰ ਸਾਹਮਣੇ ਬੈਠਾ ਹੈ ਤੇ ਦਿਸਦਾ ਨਹੀਂ ਵੀ ਬੈਠਾ ਕਿ ਨਹੀਂ ਬੈਠਾ। ਇਹਨੂੰ ਕਹਿੰਦੇ ਵਿਰਾਗ। ਪਤਾ ਨਹੀਂ ਲੱਗਦਾ ਸਾਹਮਣੇ ਕੌਣ ਬੈਠਾ, ਪਹਿਚਾਣ ਨਹੀਂ ਆਉਂਦੀ। ਉਹ ਅੱਖਾਂ ਤਾਂ ਖੁੱਲਦੀਆਂ ਨੇ, ਛੋਟੀ ਮੋਟੀ ਗੱਲ ਨਾਲ ਨਹੀਂ ਖੁੱਲਦੀਆਂ। ਨੌਕਰ ਬੜਾ ਸੋਹਣਾ ਭੋਜਨ ਬਣਾ ਕੇ ਲਿਆਉਂਦੇ ਨੇ, ਬਸ ਇੱਕ ਅੱਧੀ ਗਰਾਈ ਖਾਂਦਾ ਤੇ ਵਿੱਚ ਹੀ ਛੁੱਟ ਜਾਂਦਾ ਭੋਜਨ, ਚੰਗਾ ਨਹੀਂ ਲੱਗਦਾ। ਉਹ ਵਾਰ-ਵਾਰ ਕਹਿੰਦੇ ਨੇ ਕੱਪੜੇ ਬਦਲ ਲਓ ਜੀ, ਕਹਿੰਦੇ ਕੋਈ ਨਹੀਂ ਆਹ ਹੀ ਠੀਕ ਨੇ, ਹੁਣ ਸਰ ਜਾਂਦਾ। ਚੰਗੀ ਤਰ੍ਹਾਂ ਪੱਗ ਬੰਨੋ ਜੀ, ਪੇਚ ਲੈ ਕੇ ਬਾਜ ਲਿਆ ਕੇ ਦੇਣਾ, ਕਹਿੰਦੇ ਕੋਈ ਨਹੀਂ ਠੀਕ ਹੈ, ਇਸੇ ਤਰ੍ਹਾਂ ਹੀ ਠੀਕ ਹੈ। ਇੱਥੋਂ ਲੰਘੇਗੀ ਗੱਲ। ਜਦੋਂ ਇਸ ਤਰ੍ਹਾਂ ਹੋਇਆ ਨਾ, 6 ਦਿਨ ਲੰਘ ਗਏ ਤੇ ਹੁਣ ਤਾਂ ਕਹਿੰਦਾ ਵੀ ਇੱਕੋ ਹੀ ਦਿਨ, ਕਿਉਂਕਿ ਗੁਰੂ ਨੇ ਕਿਹਾ ਸੀ 7 ਦਿਨ। ਅਖੀਰਲੀ ਘੜੀ ਆ ਗਈ। ਇਹ ਵੀ ਕਿਹਾ ਵੀ ਬਚਾ ਸਕਦੇ ਹੋ। ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਵੀ ਇੱਥੇ ਉਹ ਸੌਦਾ ਹੈ ਨਹੀਂ ਜਿਹੜੇ ਤਕੜੀ ਤੋਲਣ ਵਾਲੇ ਨਹੀਂ, ਉਸ ਤਰ੍ਹਾਂ ਹੀ ਹੋਵੇਗਾ ਜਿਵੇਂ ਕਿਹਾ। ਜਦੋਂ 7ਵਾਂ ਦਿਨ ਆਇਆ ਨਾ, ਜਿੱਦਣ ਕਿਹਾ ਸੀ 7ਵਾਂ ਦਿਨ ਜਦੋਂ ਨਿਕਲ ਗਿਆ ਤੇ ਮਰਿਆ ਨਹੀਂ, ਹੈਰਾਨ ਹੋ ਗਿਆ।
ਕਿਸੇ ਨੇ ਕਿਹਾ ਵੀ ਗੁਰੂ ਨੇ ਚਮਤਕਾਰ ਵਰਤਾਇਆ, ਕਿਸੇ ਨੇ ਕਿਹਾ ਕੁਝ। ਕਹਿੰਦੇ ਚਲੋ ਜੋ ਵੀ ਹੋਇਆ ਮੈਂ ਮਿਲਾਂ ਤੇ ਸਹੀ, ਮੈਨੂੰ ਤਾਂ ਐਵੇਂ ਲੱਗਦੀ ਗੱਲ। ਜਦੋਂ ਮਿਲਣ ਗਏ ਤੇ ਹਜ਼ੂਰ ਦੂਰੋਂ ਵੇਖ ਕੇ ਹੱਸਣ ਲੱਗ ਪਏ। ਆ ਰਿਹਾ ਸੀ, ਅੱਧਾ ਵਜਨ ਰਹਿ ਗਿਆ 7 ਦਿਨਾਂ ਵਿੱਚ, ਅੱਧਾ ਵਜਨ। ਚਿਹਰਾ ਤਬਦੀਲ ਹੋ ਗਿਆ, ਸਭ ਕੁਝ ਬਦਲ ਗਿਆ। ਕਹਿੰਦੇ ਮਹਾਰਾਜ 7 ਦਿਨ ਤੇ ਲੰਘ ਗਏ। ਕਹਿੰਦੇ ਕੋਈ ਗੱਲ ਨਹੀਂ, ਅਗਲੇ ਫਿਰ ਆ ਗਏ ਨੇ 7 ਦਿਨ। ਹੁੰਦੇ ਹੀ 7 ਦਿਨ ਨੇ, 8ਵਾਂ ਤੇ ਹੁੰਦਾ ਹੀ ਕੋਈ ਨਹੀਂ, ਹੁੰਦੇ ਹੀ 7 ਨੇ। ਗੁਰੂ ਨੇ ਐਸੇ ਚੱਕਰ ਵਿੱਚ ਪਾਇਆ ਵੀ ਪਤਾ ਹੀ ਕੋਈ ਨਹੀਂ ਲੱਗਾ ਕਿਹਾ ਕੀ ਹੈ। ਕਹਿਣ ਲੱਗੇ ਤੁਸੀਂ ਕਹਿੰਦੇ ਸੀ 7 ਦਿਨਾਂ ਵਿੱਚ ਮਰੋਗੇ। ਕਹਿੰਦੇ ਸਾਰੀ ਦੁਨੀਆ 7 ਵਿੱਚ ਮਰਦੀ ਹੈ, ਮੈਂ ਥੋੜੀ ਕਿਹਾ ਸੀ ਵੀ ਇਹਨਾਂ 7 ਵਿੱਚ ਮਰਨਾ ਹੈ, ਕੋਈ ਵੀ 7 ਹੋ ਸਕਦੇ ਨੇ। ਉਹ ਕਹਿੰਦਾ ਵੀ ਇਹ ਤਾਂ ਦੇਖੋ ਤਰੀਕਾ ਵਰਤ ਲਿਆ, ਪਤਾ ਨਹੀਂ ਲੱਗਾ ਸੀ, ਅਜੇ ਵੀ ਅੱਧਿਆਂ ਨੂੰ ਪਤਾ ਨਹੀਂ ਲੱਗਾ, ਉਹਨੂੰ ਕਿਵੇਂ ਲੱਗਣਾ ਸੀ। ਤਾਂ ਸਤਿਗੁਰੂ ਨੇ ਕਿਹਾ, ਉਹਨਾਂ ਕਿਹਾ ਵੀ ਤੁਸੀਂ ਝੂਠ ਨਹੀਂ ਬੋਲਿਆ ਵੀ 7 ਦਿਨਾਂ ਵਿੱਚ ਤੁਸੀਂ ਮਰ ਜਾਣਾ। ਹਜ਼ੂਰ ਕਹਿੰਦੇ ਦਿਨ ਹੀ 7 ਹੁੰਦੇ ਨੇ, ਤੂੰ ਸੋਮਵਾਰ ਤੋਂ ਲੈ ਕੇ ਐਤਵਾਰ ਤੱਕ ਗਿਣ ਦਿਨ ਕਿੰਨੇ ਨੇ? ਕਹਿੰਦੇ 7 ਨੇ। ਤੇ ਕਹਿੰਦੇ ਆ ਜਿੰਨੀ ਦੁਨੀਆ ਮਰਦੀ ਹੈ 7 ਵਿੱਚ ਹੀ ਮਰਦੀ, 8ਵਾਂ ਦਿਨ ਹੀ ਕੋਈ ਨਹੀਂ, ਤੇ ਫਿਰ ਤੂੰ ਕਿਹਦੇ 'ਚ ਮਰਨਾ? ਮੈਂ ਨਹੀਂ ਸੀ ਕਿਹਾ ਵੀ ਇਹੀ 7 ਨੇ, ਇਹ ਤੂੰ ਸੁਣਨ ਵਿੱਚ ਭੁਲੇਖਾ ਖਾ ਗਿਆ। ਕਹਿੰਦੇ ਅੱਛਾ ਤੁਸੀਂ ਮਖੌਲ ਕੀਤਾ? ਹਜ਼ੂਰ ਕਹਿੰਦੇ ਮਖੌਲ ਨਹੀਂ ਸੱਜਣਾ, ਦੁਨੀਆ ਵਿੱਚ ਹੋਰ ਭਾਵੇਂ ਕੁਝ ਵਾਪਰੇ ਨਾ ਵਾਪਰੇ, ਇਹਨੇ ਨਹੀਂ ਵਾਪਰਨਾ, ਪਰਮਾਨੈਂਟਲੀ 100% ਇਹ ਸੱਚ ਹੈ। ਹੋਰ ਕੁਝ ਹੋਵੇ ਨਾ ਹੋਵੇ, ਇਹ ਤਾਂ ਹੋਏਗਾ ਹੀ। ਪਰ ਤੂੰ ਮੈਨੂੰ ਇੱਕ ਗੱਲ ਦਾ ਜਵਾਬ ਦੇ, ਜਿੱਦਣ ਤੂੰ ਆਇਆ ਸਾਂ ਤੂੰ ਸ਼ੱਕ ਕੀਤਾ ਸੀ ਵੀ ਗੁਰੂ ਦੇ ਤੇ ਕੱਪੜੇ ਸੋਹਣੇ ਨੇ, ਗੁਰੂ ਤੇ ਮਾਇਆ ਵਿੱਚ ਫਸਿਆ, ਇਹਦੇ ਅੱਗੇ ਤੇ ਸਾਰੀ ਦੁਨੀਆ ਦੀ ਸੁੰਦਰਤਾ ਝੁਕਦੀ ਪਈ, ਇੱਥੇ ਕਿੱਥੇ ਰੱਬ ਹੋਵੇਗਾ? ਕਹਿਣ ਲੱਗੇ ਰਾਜਨ ਦੱਸ 7 ਦਿਨ ਖਾਣਾ ਪੀਣਾ ਕਿਵੇਂ ਦਾ ਲੱਗਾ ਹੈ? 7 ਦਿਨ ਪਰਿਵਾਰ ਕਿਵੇਂ ਦਾ ਲੱਗਾ ਹੈ? ਕਹਿਣ ਲੱਗਾ ਮਹਾਰਾਜ ਪਰਿਵਾਰ ਤੇ ਦਿਸੇ ਹੀ ਨਹੀਂ 7 ਦਿਨ। 7 ਦਿਨ ਕੁਝ ਨਹੀਂ ਖਾਣਾ ਪੀਣਾ ਚੰਗਾ, ਕੁਝ ਨਹੀਂ ਕੱਪੜੇ ਚੰਗੇ ਲੱਗੇ। ਹਜ਼ੂਰ ਨੇ ਕਿਹਾ ਤੈਨੂੰ ਤੇ 7 ਦਿਨ ਮਿਲ ਗਏ ਸਨ ਨਾ, ਤੇ ਜਿਸ ਬਾਬੇ ਨਾਨਕ ਦੀ ਗੱਦੀ ਤੇ ਮੈਂ ਬੈਠਾ ਉਹ ਕਹਿੰਦਾ ਹਮ ਆਦਮੀ ਹਾਂ ਇੱਕ ਦਮੀ, ਮੋਲਤ ਮੋਤ ਨਾ ਜਾਣਾ। ਕਹਿੰਦੇ ਬਾਹਰੋਂ ਰੰਗ ਕੱਪੜਿਆਂ ਦੇ ਵੇਨਾ ਹੈ, ਪਰ ਸੱਜਣਾ ਅਸੀਂ ਜ਼ਿੰਦਗੀ ਨੂੰ ਇਸ ਤਰ੍ਹਾਂ ਜਾਣਿਆ ਇਹ ਇੱਕ ਪਲ ਤੋਂ ਅੱਗੇ ਪਤਾ ਨਹੀਂ ਹੈ ਕਿ ਨਹੀਂ ਹੈ, ਤਾਂ ਇਹ ਛੁੱਟਦਾ ਹੈ। ਜੇ ਤੂੰ ਉਸ ਦਾਤ ਨੂੰ ਲੈਣਾ ਜਿਹੜੀ ਦਾਤ ਤੂੰ ਲੈਣ ਆਇਆ, ਇਹਦੇ ਤੋਂ ਘੱਟ ਕੋਈ ਫੀਸ ਨਹੀਂ ਇਸ ਘਰ ਦੇ ਵਿੱਚ। ਹਾਂ ਜੇ ਬੱਚਿਆਂ ਦੀ ਖੇਡ ਖੇਡਣੀ ਹੈ ਤੇ ਫਿਰ ਮੈਂ ਤੈਨੂੰ ਕਹਿ ਦਿਆਂਗਾ ਜੀ ਇਸ ਤਰ੍ਹਾਂ ਸਵਾਸ ਖਿੱਚ ਕੇ ਅੰਜ ਕਹੋ ਤੂੰ ਅੰਜ ਕਰ, ਫਿਰ ਲੱਗਾ ਰਹੀ ਧਿਆਨੇ ਲੱਗਾ ਰਹੇਗਾ, ਉਹ ਠੀਕ ਹੈ ਚੱਲਦਾ ਕੰਮ ਵਧੀਆ। ਫਿਰ ਮੈਂ ਤੈਨੂੰ ਕਹਿ ਦਿਆਂਗਾ ਵੀ ਅਸ਼ਟਾਂਗ ਕਰ ਲੈ, ਇਸ ਤਰ੍ਹਾਂ ਕਰ, ਆਹ 6 ਚੱਕਰ ਖੁੱਲ ਜਾਣਗੇ। ਉਹ ਧਿਆਨੇ ਲੱਗਣ ਵਾਲੀਆਂ ਗੱਲਾਂ ਨੇ, ਟਾਈਮ ਪਾਸ ਹੋ ਜਾਏਗਾ, ਉਹਦੇ ਵਿੱਚੋਂ ਨਿਕਲਣਾ ਕੁਝ ਨਹੀਂ। ਉਹ ਜੇ ਆਉਣਾ ਹੀ ਤੇ ਗੱਲ ਆ, ਇਹਦੇ ਤੋਂ ਘੱਟ ਸਰਨਾ ਨਹੀਂ। ਹਾਂ ਮੈਂ ਤੈਨੂੰ ਗਰੰਟੀ ਦੇਣਾ, ਤੂੰ ਇੱਕ ਵਾਰੀ ਆਪਣੇ ਆਪ ਨੂੰ ਖਤਮ ਕਰਨ ਵਾਸਤੇ ਸਹਿਮਤ ਹੋ ਜਾ, ਮੈਂ ਤੈਨੂੰ ਇੰਨੀ ਵੱਡੀ ਜ਼ਿੰਦਗੀ ਦੇ ਦਿਆਂਗਾ ਜਿੱਥੋਂ ਤੱਕ ਮੌਤ ਦੇ ਹੱਥ ਨਹੀਂ ਜਾਣਗੇ। ਤੈਨੂੰ ਉੱਥੇ ਲੈ ਕੇ ਚਲਾ ਜਾਵਾਂਗਾ। ਉਸ ਦੁਨੀਆ ਵਿੱਚ ਇੱਕੋ ਹੀ ਤੇ ਥਾਂ ਜਿੱਥੇ ਇਸ ਸਵਾਲ ਦਾ ਹੱਲ ਜਿਹਨੂੰ ਮੌਤ ਕਹਿੰਦੇ, ਦੁਨੀਆ ਵਿੱਚ ਹੋਰ ਕਿਤੇ ਹੈ ਹੀ ਨਹੀਂ, ਹੋਰ ਕੋਈ ਚੀਜ਼ ਨਹੀਂ। ਇਸ ਲਈ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਰੇ ਮਨ ਐਸੋ ਕਰ ਸੰਨਿਆਸਾ, 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 ਰੇ ਮਨ ਐਸੋ ਕਰ ਸੰਨਿਆਸਾ। ਇਸ ਤਰ੍ਹਾਂ ਦਾ ਸੰਨਿਆਸ ਕਰ, ਬਨ ਸੇ ਸਦਨ ਸਭੈ ਕਰ ਸਮਝੋ। ਬਨ, ਬਨ ਦਾ ਅਰਥ ਹੈ ਜੰਗਲ ਵਿੱਚ, ਸਦਨ ਦਾ ਅਰਥ ਹੈ ਘਰ। ਕਹਿੰਦੇ ਇਸ ਘਰ ਨੂੰ ਹੀ ਜੰਗਲ ਸਮਝ ਲੈ, ਜੰਗਲ ਵਿੱਚ ਜ਼ਰੂਰ ਜਾਣਾ। ਇਹ ਜੰਗਲ ਇਸ ਸਿੱਖ ਦਾ। ਭਾਈ ਵੀਰ ਸਿੰਘ ਹੋਰਾਂ ਦੇ ਕੋਲ ਇੱਕ ਕੋਈ ਇਸ ਤਰ੍ਹਾਂ ਦਾ ਆਇਆ ਸੀ ਸਾਧੂ, ਤੇ ਉਹਨਾਂ ਦੀ ਅਵਸਥਾ ਬੜੀ ਉੱਚੀ ਸੀ। ਵੇਖ ਕੇ ਕਹਿੰਦਾ ਵੀ ਘਰ ਵਿੱਚ ਰਹਿ ਕੇ ਤੇ ਇਸ ਤਰ੍ਹਾਂ ਨਹੀਂ ਹੋ ਸਕਦਾ, ਕਿਤੇ ਰਹਿਓ ਜੰਗਲ ਵਿੱਚ। ਤੇ ਭਾਈ ਸਾਹਿਬ ਕਹਿੰਦੇ ਰੋਜ਼ ਰਹੀਦਾ। ਕਹਿੰਦੇ ਕਿੱਥੇ? ਕਹਿੰਦੇ ਇੱਕ 24 ਘੰਟਿਆਂ ਬਾਅਦ ਸਮਾਂ ਆਉਂਦਾ ਜਦੋਂ ਜੰਗਲ ਹੁੰਦਾ ਹੈ। ਉਹ ਕਿਹੜਾ?
ਕਹਿੰਦੇ ਉਦੋਂ ਸਾਰੇ ਸੌਂ ਜਾਂਦੇ ਨੇ, ਘਰ ਦੇ ਪਰਿਵਾਰ ਦੇ ਮੈਂਬਰ ਵੀ, ਕੋਈ ਨਹੀਂ ਜਾਗਦਾ। ਉਹ ਸਮਾਂ ਹੁੰਦਾ ਜੰਗਲ, ਕੋਈ ਚੌਵਾਂ ਪਾਸੇ ਚੀਜ਼ ਸਭ ਡਿੱਗ ਪਏ 1-2 ਵਜੇ ਸਾਰੇ। ਕੁਝ ਵਿਰਲੇ ਨੇ, ਉਹ ਹੈ ਜੰਗਲ। ਜੇ ਤੂੰ ਜੰਗਲ ਵਿੱਚ ਆਉਣਾ ਤੇ ਸਵੇਰੇ ਆ ਜੀ। ਉਦੋਂ ਬਾਅਦ ਫਿਰ 4 ਵੱਜ ਗਏ, ਫਿਰ ਬਥੇਰਾ ਕੋਈ ਟੱਲੀਆਂ ਖੜਕਣ ਲੱਗ ਪੈਂਦੀਆਂ, ਕੋਈ ਕੁਝ, ਉਹ ਗੱਲ ਹੋ ਰਿਹਾ। ਇਹ ਹੈ ਜੰਗਲ। ਵੈਸੇ ਇੱਕ ਐਸੇ ਸਾਧੂ ਨਾਲ ਉਹਨਾਂ ਦਾ ਮਿਲਾਪ ਸੀ ਜਿਨ੍ਹਾਂ ਦਾ ਉਹਨਾਂ ਕਦੀ ਨਾਂ ਨਹੀਂ ਦੱਸਿਆ, ਸਿਰਫ ਲਫ਼ਜ਼ ਵਰਤਿਆ, ਦਾਤਾ ਜੀ, ਦਾਤਾ ਜੀ ਸ਼ਬਦ। ਉਹ ਕਹਿੰਦੇ ਨੇ ਵਾਰ-ਵਾਰ ਆਪਣੀਆਂ ਬਈ ਜਦੋਂ ਮੈਨੂੰ ਲੋੜ ਪੈਂਦੀ ਸੀ ਉਹ ਦਾਤਾ ਜੀ ਸ਼ਬਦ ਕਹਿ ਕੇ ਉੱਥੋਂ ਆਉਂਦੇ ਸਨ। ਉਹ ਕਿਤੇ ਦੂਰ ਕਿਸੇ ਬਹੁਤ ਅਣਦੱਸੀ ਥਾਂ ਤੇ ਰਹਿੰਦੇ ਸੀ ਤੇ ਕਦੀ-ਕਦੀ ਆ ਜਾਂਦੇ ਭਾਈ ਵੀਰ ਸਿੰਘ ਹੋਰਾਂ ਦੇ ਕੋਲ। ਲੋੜ ਪੈਂਦੀ ਸੀ ਉਹਨਾਂ ਨੂੰ ਕਹਿ ਜਾਂਦੇ ਸੀ ਵੀ ਅੱਗੋਂ ਇਸ ਤਰ੍ਹਾਂ ਕਰਨਾ। ਹੁਣ ਇਹ ਗੱਲ ਉਹ ਵੱਖਰੀ ਘਟਨਾ ਹੈ। ਇਸ ਕਰਕੇ ਮੈਂ ਜਿਹੜਾ ਵਿਸ਼ੇ ਤੋਂ ਅੱਗੇ ਚਲਾ ਗਿਆ ਵੀ ਬੇਪਰਵਾਹ ਜਦੋਂ ਉਹਦੇ ਨਾਲ ਜੁੜੇ, ਉਹਨਾਂ ਵਿੱਚ ਬੇਪਰਵਾਹੀ ਆ ਗਈ। ਜਿਵੇਂ ਕਬੀਰ ਜੀ ਕਹਿੰਦੇ ਨੇ ਕਿ ਐਸਾ ਅਚਰਜ ਇੱਕ ਮੈਨੂੰ ਆਨੰਦ ਮਿਲਿਆ, ਮੈਂ ਬੇਪਰਵਾਹ ਹੋ ਗਿਆ, ਕਿਸੇ ਦੀ ਪਰਵਾਹ ਨਹੀਂ ਰਹੀ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇ ਵਾਜਾ। ਕਹਿੰਦੇ ਮੈਨੂੰ ਇੱਕ ਐਸਾ ਰਾਜਾ ਮਿਲਿਆ, ਉਹਦੇ ਸਿੰਘਾਸਨ ਤੇ ਉਹਦੇ ਤਖਤ ਤੇ ਚੜਿਆ ਇੱਕ ਪੂਰਾ ਸ਼ਬਦ ਹੈ ਉਹਨਾਂ ਦਾ, ਜਿਹਦੇ ਵਿੱਚ ਉਹ ਵਾਰ-ਵਾਰ ਉਸ ਰਾਜ ਦੀ, ਉਸ ਤਖਤ ਦੀ, ਉਸ ਸਰਕਾਰ ਦੀ ਗੱਲ ਕਰਦੇ ਨੇ ਜੋ ਸਾਰੀ ਦੀ ਸਾਰੀ ਅੰਦਰ ਚੱਲਦੀ ਹੈ, ਜਿਹਦੇ ਕੋਲ ਬੜੀ ਵੱਡੀ ਪਾਵਰ ਹੈ, ਬੜੀ ਵੱਡੀ ਸ਼ਕਤੀ ਹੈ। ਬਸ ਉੱਥੇ ਉਂਗਲ ਹਿਲਾਉਣ ਦੀ ਦੇਰ ਹੈ, ਇੱਥੇ ਸਭ ਕੁਝ ਹਿਲ ਜਾਏਗਾ। ਹਾਂ, ਉਹ ਐਸੇ ਲੋਕ ਨੇ ਜਿਹੜੇ ਉਹਨੂੰ ਬਾਹਰ ਬਹੁਤ ਘੱਟ ਪ੍ਰਗਟ ਹੋਣ ਦਿੰਦੇ, ਬਹੁਤ ਘੱਟ। ਆ ਜਿਹੜਾ ਸਾਈਂ ਮੀਆਂ ਮੀਰ ਨੇ ਕਿਹਾ ਸੀ ਨਾ ਵੀ ਦਿੱਲੀ ਲਾਹੌਰ ਦੀ ਇੱਟ ਖੜਕਾ ਦਿਆਂ, ਇਹ ਲਫ਼ਜ਼ ਨਹੀਂ ਗੁਰੂ ਕੇ ਸਵਾਰਿਓ, ਇਹ ਗੁਰੂ ਕੇ ਸਿੱਖਾਂ ਨੇ ਕਰਕੇ ਵੇਖਿਆ, ਫਿਰ ਹੱਥ ਪਿਛਾਂ ਖਿੱਚ ਲਿਆ ਵੀ ਨਹੀਂ, ਇਹ ਨਹੀਂ ਕਰਨਾ। ਇਹ ਪ੍ਰੈਕਟੀਕਲ ਨੇ ਚੀਜ਼ਾਂ ਸਾਰੀਆਂ, ਕਹਾਣੀਆਂ ਨਹੀਂ। ਐਸੇ ਵੀ ਲੋਕ ਨੇ ਜਿਨ੍ਹਾਂ ਨੇ ਹੱਥ ਪਾ ਕੇ ਵੇਖਿਆ ਪਰ ਚੁੱਪ ਕਰ ਗਏ, ਬਸ ਹੁਣ ਨਹੀਂ ਕਰਨਾ। ਕਿਉਂਕਿ ਆਮ ਰਹਿੰਦੇ ਦੁਨੀਆ ਵਿੱਚ, ਭਾਣੇ ਦੇ ਵਿੱਚ ਰਹਿੰਦੇ, ਉਹ ਸਦਾ ਹੀ ਪਰਉਪਕਾਰ, ਜਿਨ੍ਹਾਂ ਨੂੰ ਹਜ਼ੂਰ ਕਹਿੰਦੇ ਨੇ ਬਾਣੀ ਦੇ ਵਿੱਚ। ਐਸੀ ਦੁਨੀਆ ਦੇ ਲੋਕ ਬੇਪਰਵਾਹ ਰਹਿੰਦੇ ਨੇ, ਜਿਹਨੂੰ ਕਬੀਰ ਜੀ ਕਹਿੰਦੇ ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿ ਨਾ ਜਾਈ। ਉਸ ਦੁਨੀਆ ਬਾਰੇ ਨਹੀਂ ਕੁਝ ਕਿਹਾ ਜਾਂਦਾ। ਪੰਡਤ ਕਹਿੰਦਾ ਵੀ ਸਬੂਤ ਦਿਓ, ਪੰਡਤ ਨੇ ਤੇ ਕਹਿਣਾ ਹੀ ਸਬੂਤ ਦਿਓ। ਅਚਰਜ ਏਕ ਸੁਨੋ ਰੇ ਪੰਡਿਆ ਅਬ ਕਿਛ ਕਹਿ ਨਾ ਜਾਈ, ਸੁਰ ਨਰ ਗਣ ਗੰਧਰਵ ਜਿਨ ਮੋਹਿ ਤ੍ਰੇ ਭਵਨ ਮੇਖਲੀ ਲਾਈ। ਰਾਜਾ ਰਾਮ ਅਨਹਦ ਕਿੰਗੁਰੀ ਵਾਜੈ, ਜਾਂ ਕੀ ਦਿਸ਼ਟ ਨਾਦ ਨਿਵ ਲਾਗੈ। ਭਾਠੀ ਗਗਨ ਸਿੰਘਿਆ ਅਰ ਚੁੰਗਿਆ, ਕਨਿਕ ਕਲਸ਼ ਇੱਕ ਪਾਇਆ, ਤਾਂ ਮੈਂ ਧਾਰ ਚੁਵੈ ਅਤ ਨਿਰਮਲ ਰਸ ਮੈਂ ਰਸਨ ਚੁਵਾਇਆ। ਇਹ ਮਹਿੰਗੇ ਲਫ਼ਜ਼ ਨੇ ਬਹੁਤ, ਇਹਨਾਂ ਦੀ ਵਿਆਖਿਆ ਤੇ ਬਹੁਤ ਟਾਈਮ ਲੱਗਦਾ। ਅੱਗੇ ਕਹਿੰਦੇ ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ ਸਾਜਿਆ। ਇੱਥੇ ਜਾ ਕੇ ਨਾ ਫਿਰ ਉਹਨਾਂ ਥੋੜਾ ਜਿਹਾ ਖੋਲ ਕੇ ਗੱਲ ਦੱਸ ਦਿੱਤੀ। ਕਹਿੰਦੇ ਇੱਕ ਬੜੀ ਹੈਰਾਨ ਕਰਨ ਵਾਲੀ ਗੱਲ ਬਣ ਗਈ ਰੱਬ ਨਾਲ ਜੁੜ ਕੇ। ਕਿਹੜੀ? ਏਕ ਜੋ ਬਾਤ ਅਨੂਪ ਬਣੀ ਹੈ। ਕੀ ਹੋਇਆ? ਪਵਨ ਪਿਆਲਾ। ਪਿਆਲੇ ਦੇ ਅਰਥ ਵਾਰ-ਵਾਰ ਬਾਣੀ ਵਿੱਚ ਪਿਆਲਾ ਆਵੇਗਾ। ਇਸ ਲਈ ਜਿਹੜੇ ਪਿਆਲੇ ਵਾਲੇ ਸੱਜਣ ਨਾ ਐਵੇਂ ਡਰਦੇ ਨੇ ਇੱਥੋਂ ਵੀ ਪਿਆਲਾ ਛੁੱਟ ਜਾਏਗਾ। ਪਿਆਲਾ ਵੱਡਾ ਮਿਲਦਾ, ਇੱਥੇ ਆਓ ਤੇ ਸਹੀ ਇੱਕ ਵਾਰੀ। ਪਿਆਲਾ ਨਹੀਂ ਛੁੱਟਦਾ, ਆਹ ਬਦਬੂ ਵਾਲਾ ਪਿਆਲਾ ਛੁੱਟ ਜਾਂਦਾ, ਦੂਜਾ ਪਿਆਲਾ ਇੱਥੇ ਪਿਆਲਾ ਹੈ ਉਹਦੇ ਤੋਂ ਵੀ ਵੱਡਾ ਹੈ। ਉਹ ਪਿਆਲਾ ਤੇ ਥੋੜੇ ਚਿਰ ਲਈ, ਨਾਲੇ ਉਹ ਵੀ ਜਿਵੇਂ ਦਾ ਹੈ ਉਹ ਵੇਖੀ ਸਾਰਿਆਂ ਨੇ। ਏਕ ਜੋ ਬਾਤ ਅਨੂਪ ਬਣੀ ਹੈ, ਪਵਨ ਪਿਆਲਾ। ਪਵਨ ਦੇ ਅਰਥ ਨੇ ਸਵਾਸ, ਸਵਾਸਾਂ ਦਾ ਪਿਆਲਾ ਬਣ ਗਿਆ। ਕਹਿੰਦੇ ਪਵਨ ਪਿਆਲਾ ਸਾਜਿਆ, ਤੀਨ ਭਵਨ ਮੈਂ ਏਕੋ ਜੋਗੀ। ਉਸ ਪਿਆਲੇ ਦੇ ਨਾਲ ਜਦੋਂ ਉਹ ਨਸ਼ਾ, ਉਹ ਰਸ ਪੀਤਾ ਨਾ, ਪਤਾ ਲੱਗਾ ਵੀ ਰਾਜਾ ਤੇ ਇੱਕੋ ਹੀ ਹੈ। ਤੀਨ ਭਵਨ ਮੈਂ ਏਕੋ ਜੋਗੀ, ਕਹੋ ਕੌਣ ਹੈ ਰਾਜਾ। ਇਹਦੇ ਅਰਥ ਨੇ ਉਸ ਹਾਲਾਤ ਦੇ ਵਿੱਚ ਉਹ ਭਗਤ ਇੰਨੀ ਸ਼ਕਤੀ ਨਾਲ ਭਰਿਆ ਜਾਂਦਾ ਹੈ, ਜਿਹਨੂੰ ਕਿਹਾ ਜਾਂਦਾ ਕਰਮ ਖੰਡ ਕੀ ਬਾਣੀ ਜ਼ੋਰ। ਇੰਨਾ ਜ਼ੋਰ, ਇੰਨੀ ਤਾਕਤ ਉਹਦੇ ਵਿੱਚ ਆ ਜਾਂਦੀ ਹੈ। ਉਹ ਫਿਰ ਉੱਠ ਕੇ ਕਹਿੰਦਾ, ਕਹੋ ਦੱਸੋ ਮੈਨੂੰ ਕੌਣ ਹੈ ਰਾਜਾ। ਕਿਹੜਾ ਦੁਨੀਆ ਵਿੱਚ ਰਾਜਾ ਜਿਹੜਾ ਕਬੀਰ ਦੇ ਅੱਗੇ ਅੜ ਸਕੇ। ਬੇਪਰਵਾਹੀ ਹੈ ਨਾ।
ਵੇਖਣ ਵਾਲੇ ਕਹਿਣਗੇ ਇਹਦੇ ਕੋਲ ਤੇ ਆਏ ਕੁਝ ਵੀ ਨਹੀਂ, ਕੱਪੜੇ ਵੀ ਪੁਰਾਣੇ। ਇਹ ਚੈਲੰਜ ਕਿਹਨੂੰ ਕਰ ਰਿਹਾ? ਕਹੋ ਕੌਣ ਹੈ ਰਾਜਾ? ਕੌਣ ਹੈ ਜਿਹੜਾ ਕਬੀਰ ਦੇ ਸਾਹਮਣੇ ਆ ਕੇ ਅੜ ਜਾਏਗਾ? ਇਸ ਕਰਕੇ ਉਹ ਹੀ ਇੱਕ ਦੁਨੀਆ ਜਿਹੜੀ ਬੇਪਰਵਾਹ ਤੇ ਖੁਸ਼, ਨਹੀਂ ਤੇ ਸਭ ਹਰ ਇੱਕ ਚੀਜ਼ ਦੇ ਥੱਲੇ ਮਨੁੱਖ ਦੱਬਿਆ ਰਹਿੰਦਾ ਹੈ। ਉਸੇ ਨੂੰ ਇੱਥੇ ਵਾਰ-ਵਾਰ ਭਾਈ ਗੁਰਦਾਸ ਜੀ ਬਾਦਸ਼ਾਹੀ ਕਹਿ ਰਹੇ ਨੇ, ਬੇਪਰਵਾਹੀ ਕਹਿ ਰਹੇ ਨੇ। ਇਹ ਬਾਕੀ ਦਾ ਵਿਸ਼ਾ ਆਪਾਂ ਕੱਲ ਦੀਵਾਨ ਵਿੱਚ ਵਿਚਾਰਨਾ। ਇਸੇ ਪੌੜੀ ਤੇ ਕੁਝ ਮਿੰਟ ਹੁਣ ਰਹਿੰਦੇ ਆਪਾਂ ਗੁਰੂ ਸ਼ਬਦ ਨਾਲ ਜੁੜਨਾ, ਉਸ ਦਾਤ ਨਾਲ ਜਿਹੜੀ ਬਾਦਸ਼ਾਹ ਬਖਸ਼ਿਸ਼ਾਂ ਗੁਰੂ ਨਾਨਕ ਦੇ ਘਰ ਦੀ ਕਿਰਪਾ ਜਿਸ ਨਾਮ ਵਿੱਚੋਂ ਮਿਲਦੀ ਹੈ। ਇਸ ਕਰਕੇ ਸਾਰੇ ਪਿਆਰ ਨਾਲ ਇਕਾਗਰ ਹੋ ਕੇ ਬੈਠੋ ਔਰ ਪੂਰੀ ਇਕਾਗਰ ਆਵਾਜ਼ ਵਿੱਚ ਧਿਆਨ ਲਾ ਕੇ, ਚੌਂਕੜਾ ਲਾ ਕੇ ਆਪਣੀ ਹੀ ਆਵਾਜ਼ ਨੂੰ ਸੁਣਨਾ ਹੈ, ਕਿਸੇ ਦੀ ਆਵਾਜ਼ ਨੂੰ ਨਹੀਂ, ਆਪਣੇ ਆਪ ਨੂੰ। ਹੋਰ ਕਿਸੇ ਦਾ ਧਿਆਨ ਕਰਨ ਦੀ ਲੋੜ ਨਹੀਂ, ਆਪਣੇ ਆਪ ਦਾ ਧਿਆਨ ਕਰੋ, ਕਿਉਂਕਿ ਹੋਰ ਬਾਹਰ ਕੁਝ ਵੀ ਨਹੀਂ। ਉੱਥੇ ਹੀ ਉਹਦਾ ਨਾਮ ਦਾ ਜਿਹੜਾ ਕੇਂਦਰ ਹੈ ਆਪਣੇ ਆਪੇ ਦੇ ਵਿੱਚ, ਉੱਥੇ ਹੀ ਉਹਨੂੰ ਜਪਣਾ, ਉੱਥੇ ਹੀ ਸੁਣਨਾ ਧਿਆਨ ਦੁਆਰਾ। ਇਹ ਗੁਰੂ ਸਾਹਿਬ ਨੇ ਸਾਨੂੰ ਦਾਤ ਬਖਸ਼ੀ, ਸਾਰੇ ਪਿਆਰ ਨਾਲ ਉੱਚੀ ਆਵਾਜ਼ ਵਿੱਚ ਬੋਲਣ ਦੀ ਕਿਰਪਾ ਕਰਨੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਰਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਹੋ ਇਹ ਸਭ ਤੋਂ ਅਮੁੱਲ ਦਾਤ ਗੁਰੂ ਨਾਨਕ ਦੇ ਘਰ ਵਿੱਚ ਜੋ ਬਖਸ਼ਿਸ਼ ਕੀਤੀ ਗਈ ਹੈ। ਸਤਿਗੁਰਾਂ ਦੇ ਚਰਨਾਂ ਵਿੱਚ ਅਰਦਾਸ ਕਰੀਏ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਫਤਿਹ ਦੀ ਸਾਂਝ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।